ਅੱਜ ਦੀ ਇਹ ਵੀਡੀਓ ਇੱਕ ਪੁਰਾਤਨ ਕਿਤਾਬ ਵਿੱਚੋਂ ਲਈ ਗਈ ਹੈ। ਇਸ ਵਿੱਚ ਅਸੀਂ ਅੰਮ੍ਰਿਤਸਰ ਦੇ ਇਤਿਹਾਸ ਵਿੱਚ ਸ਼ੁਰੂ ਤੋਂ ਲੈ ਕੇ ਅੱਜ ਤੱਕ ਹੋਈਆਂ ਹਰ ਇੱਕ ਇਤਿਹਾਸਕ ਘਟਨਾਵਾਂ ਨੂੰ, ਜਿਵੇਂ ਛੱਪੜੀ ਤੋਂ ਸਰੋਵਰ ਬਣਨ ਤੱਕ ਦਾ ਸਫ਼ਰ, ਸਿੱਖ ਮਿਸਲਾਂ ਦੇ ਸਮੇਂ ਦੌਰਾਨ ਦਰਬਾਰ ਸਾਹਿਬ ਦੀ ਸਾਂਭ ਸੰਭਾਲ, ਸਿੱਖ ਰਾਜ ਦੌਰਾਨ ਅੰਮ੍ਰਿਤਸਰ ਦੀ ਤਰੱਕੀ ਅਤੇ ਅੰਗਰੇਜ਼ੀ ਸ਼ਾਸਨ ਦੌਰਾਨ ਅੰਮ੍ਰਿਤਸਰ ਵਿਖੇ ਹੋਈਆਂ ਘਟਨਾਵਾਂ ਅਤੇ ਆਜ਼ਾਦੀ ਤੋਂ ਬਾਅਦ ਅੰਮ੍ਰਿਤਸਰ ਵਿਖੇ ਕੀ ਕੁਝ ਬਦਲਿਆ, ਹਰ ਇੱਕ ਪਹਿਲੂ ਬਾਰੇ ਇਸ ਵੀਡੀਓ ਵਿੱਚ ਗੱਲ ਕਰਾਂਗੇ। ਇਸ ਲਈ ਇਹ ਵੀਡੀਓ ਥੋੜੀ ਲੰਬੀ ਹੋ ਸਕਦੀ ਹੈ, ਸੋ ਕਿਰਪਾ ਕਰਕੇ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਓ। ਇਸ ਤੋਂ ਪਹਿਲਾਂ ਕਿ ਤੁਸੀਂ ਵੀਡੀਓ ਵਿਚਲੇ ਇਤਿਹਾਸ ਵਿੱਚ ਗੁਆਚ ਜਾਓ, ਵੀਡੀਓ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰ ਦਿਓ। ਸੋ ਚਲੋ ਸਮਾਂ ਨਾ ਖਰਾਬ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅੰਮ੍ਰਿਤਸਰ ਦੀ ਪਵਿੱਤਰ ਧਰਤੀ ਇੱਕ ਗੁਪਤ ਤੀਰਥ ਸੀ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਸਿੱਖ ਗੁਰੂ ਸਾਹਿਬਾਨਾਂ ਦਾ ਇਸ ਪਵਿੱਤਰ ਧਰਤੀ ਨਾਲ ਡੂੰਘਾ ਸੰਬੰਧ ਸੀ। ਇਸੇ ਲਈ ਅੰਮ੍ਰਿਤਸਰ ਨੂੰ ਗੁਰੂ ਕੀ ਨਗਰੀ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਾਦਾ ਭਾਈ ਸ਼ਿਵਰਾਮ ਅਤੇ ਉਹਨਾਂ ਦੇ ਵੱਡੇ ਵਡੇਰੇ ਇਸੇ ਧਰਤੀ ਦੇ ਪਿੰਡ ਜਾਮਾ ਰਾਏ ਦੇ ਡੇਹਰਾ ਸਾਹਿਬ ਮਤਲਬ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਤੋਂ ਗੋਇੰਦਵਾਲ ਤੇ ਫਤਿਆਬਾਦ ਦੇ ਰਸਤੇ ਆ ਕੇ ਇਸੇ ਪਾਵਨ ਸਥਾਨ ਤੇ ਕੁਝ ਸਮਾਂ ਠਹਿਰੇ ਸੀ। ਉਦੋਂ ਸਰੋਵਰ ਵਾਲੀ ਜਗ੍ਹਾ ਤੇ ਇੱਕ ਢਾਬ ਹੁੰਦੀ ਸੀ ਅਤੇ ਢਾਬ ਦੇ ਕੰਢੇ ਇੱਕ ਬੇਰੀ ਸੀ, ਜਿਸ ਦੀ ਛਾਵੇਂ ਬੈਠ ਕੇ ਭਾਈ ਮਰਦਾਨਾ ਨਾਲ ਮਿਲ ਕੇ ਕੀਰਤਨ ਕਰਿਆ ਕਰਦੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਜਿੱਥੇ ਅੱਜ ਕੱਲ੍ਹ 68 ਤੀਰਥ ਹੈ, ਉਸ ਥਾਂ ਤੇ ਗੁਰੂ ਜੀ ਬਿਰਾਜਮਾਨ ਹੋਏ ਸਨ। ਗੁਰੂ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਕੇ ਇਹ ਧਰਤੀ ਸੁਹਾਵਣੀ ਹੋ ਚੁੱਕੀ ਸੀ ਅਤੇ ਇਸੇ ਤਰ੍ਹਾਂ ਕਲਯੁਗ ਵਿੱਚ ਇਸ ਧਰਤੀ ਦੇ ਤੀਰਥ ਪ੍ਰਗਟ ਹੋਣ ਦੀਆਂ ਨਿਸ਼ਾਨੀਆਂ ਜ਼ਾਹਰ ਹੋਣ ਲੱਗ ਪਈਆਂ ਸਨ। ਇਸੇ ਸਥਾਨ ਤੇ ਹੀ ਪਿੰਡ ਸੁਲਤਾਨਵਿੰਡ ਦਾ ਚੌਧਰੀ ਭਾਈ ਤਾਰਾ ਇਲਾਕੇ ਦੀਆਂ ਸੰਗਤਾਂ ਨਾਲ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਆਇਆ ਸੀ। ਗੁਰੂ ਸਾਹਿਬ ਨੇ ਉਦੋਂ ਪ੍ਰਸੰਨ ਹੋ ਕੇ ਇਸ ਤੀਰਥ ਦੇ ਸੰਸਾਰ ਉੱਪਰ ਪ੍ਰਸਿੱਧ ਹੋਣ ਬਾਰੇ ਦੱਸਿਆ ਸੀ ਕਿ ਇੱਥੇ ਸਦਾ ਹੀ ਅੰਮ੍ਰਿਤ ਵੰਡਦਾ ਰਹੇਗਾ। ਸਨ 1518 ਈਸਵੀ ਵਿੱਚ ਪਿੰਡ ਕੱਥੂ ਨੰਗਲ ਅਤੇ ਇੱਥੋਂ ਦੇ ਬਾਲਕ ਬੂੜਾ ਮਤਲਬ ਬਾਬਾ ਬੁੱਢਾ ਜੀ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਰਾਮਦਾਸ ਪਿੰਡ ਵਿੱਚ ਮਿਲੇ ਤਾਂ ਬੂੜਾ ਦਰਸ਼ਨ ਕਰਦਿਆਂ ਹੀ ਗੁਰੂ ਦੇ ਸ਼ਰਧਾਲੂ ਬਣ ਗਏ। ਇਤਿਹਾਸਕ ਲਿਖਾਰੀ ਲਤੀਫ ਲਿਖਦੇ ਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿੰਡ ਤੁੰਗ ਦੇ ਨੇੜੇ ਠਹਿਰੇ ਹੋਏ ਸੀ। ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਨੇੜੇ ਹੀ ਦਰਖਤਾਂ ਦੇ ਝੁੰਡ ਵਿੱਚ ਇੱਕ ਸਰੋਵਰ ਹੈ, ਉੱਥੋਂ ਜਾ ਕੇ ਜਲ ਭਰ ਕੇ ਲਿਆਓ। ਬਾਬਾ ਬੁੱਢਾ ਜੀ ਹੈਰਾਨ ਹੋਏ ਤੇ ਉਹ ਇਸ ਇਲਾਕੇ ਦੇ ਰਹਿਣ ਵਾਲੇ ਹਨ ਤੇ ਚੰਗੀ ਤਰ੍ਹਾਂ ਉਹ ਸਾਰਾ ਇਲਾਕਾ ਵੀ ਜਾਣਦੇ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਇੱਥੇ ਨੇੜੇ ਤੇੜੇ ਤਾਂ ਕੋਈ ਸਰੋਵਰ ਹੀ ਨਹੀਂ। ਪਰ ਗੁਰੂ ਸਾਹਿਬ ਨੇ ਕਿਹਾ ਕਿ ਉੱਥੇ ਇੱਕ ਸਰੋਵਰ ਹੈ। ਜਦ ਬੁੱਢਾ ਜੀ ਇਸ ਸਥਾਨ ਤੇ ਆਏ ਤਾਂ ਉਹਨਾਂ ਨੇ ਵੇਖਿਆ ਕਿ ਦਰਖਤਾਂ ਵਿੱਚ ਲੁਕਿਆ ਹੋਇਆ ਠੰਡੇ ਮਿੱਠੇ ਨਿਰਮਲ ਜਲ ਦਾ ਸਰੋਵਰ ਹੈ, ਤਾਂ ਉਹਨਾਂ ਨੇ ਲੋਟਾ ਭਰ ਕੇ ਜਲ ਲਿਆ ਕੇ ਦੇ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਪ੍ਰਸੰਨ ਹੋ ਕੇ ਬੂੜੇ ਦੀਆਂ ਸਿਆਣੀਆਂ ਤੇ ਬੁੱਢੀਆਂ ਵਾਲੀਆਂ ਗੱਲਾਂ ਸੁਣ ਕੇ ਉਸ ਨੂੰ ਅਕਾਲ ਪੁਰਖ ਦਾ ਗਿਆਨ ਦ੍ਰਿੜ ਕਰਵਾਇਆ ਤੇ ਇਹ ਬਚਨ ਕੀਤੇ, ਇੱਥੇ ਇੱਕ ਵੱਡਾ ਨਗਰ ਵਸੇਗਾ ਜੋ ਮੁਕਤੀ ਅਤੇ ਭੁਗਤੀ ਦਾ ਕੇਂਦਰ ਹੋਏਗਾ। ਫਿਰ ਅੱਗੇ ਜਾ ਕੇ ਸਨ 1549 ਵਿੱਚ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ ਨੂੰ ਨਾਲ ਲੈ ਕੇ ਇੱਥੇ ਆਏ ਸੀ ਤੇ ਇਸ ਢਾਬ ਵਿੱਚੋਂ ਇਸ਼ਨਾਨ ਕਰਨ ਨਾਲ ਗੁਰੂ ਅੰਗਦ ਦੇਵ ਜੀ ਦੇ ਪੈਰ ਦੇ ਅੰਗੂਠੇ ਦਾ ਨਾਸੁਰ ਠੀਕ ਹੋ ਗਿਆ ਸੀ। ਸਨ 1564 ਈਸਵੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਧਰਮ ਪ੍ਰਚਾਰ ਦੇ 22 ਕੇਂਦਰ ਮਤਲਬ 22 ਮੰਜੀਆਂ ਬਣਾਉਣ ਦੀ ਵਿਉਂਤ ਬਣਾਈ ਸੀ। ਆਪ ਜੀ ਨੇ ਭਾਈ ਜੇਠਾ ਮਤਲਬ ਗੁਰੂ ਰਾਮਦਾਸ ਜੀ ਨੂੰ ਕਿਹਾ ਸੀ, ਪੁਰਖਾ ਕਲਯੁਗ ਦੇ ਜੀਆਂ ਦੀਆਂ ਉਮਰਾਂ ਛੋਟੀਆਂ ਤੇ ਬੁੱਧਾਂ ਮੋਟੀਆਂ ਹੋਣਗੀਆਂ, ਸੋ ਪੰਜਾਬ ਵਿੱਚ ਇੱਕ ਐਸਾ ਤੀਰਥ ਬਣਾਈਏ ਜਿੱਥੇ ਥੋੜੇ ਸਮੇਂ ਵਿੱਚ ਹੀ ਜੀਵਨ ਰਾਹੀਂ ਵਿਵੇਕ ਬੁੱਧੀ ਮਿਲੇ। ਸਨ 1571 ਈਸਵੀ ਵਿੱਚ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਇਹ ਪਾਵਨ ਸਥਾਨ ਦਿਖਾ ਕੇ ਹੁਕਮ ਕੀਤਾ ਸੀ, ਗ੍ਰਾਮ ਤੁੰਗ ਤੇ ਅਰੇ ਅਰੇਰੇ ਗਿਲਵਾਲੀ ਤੇ ਲਖੋ ਪਰੇਰੇ ਹੈ ਸੁਲਤਾਨ ਪਿੰਡ ਜਿਸ ਨਾਮ ਤਿਸ ਤੇ ਪਸ਼ਚਮ ਦਿਸ ਅਭਿਰਾਮ ਤਹਾਂ ਜਾਏ ਕਰ ਗ੍ਰਾਮ ਵਿਸਾਵੋ ਸੁੰਦਰ ਆਪਣੇ ਸਦਨ ਬਣਾਵੋ। ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਹੁਕਮ ਤੇ ਫੁੱਲ ਚੜਾਏ ਤੇ ਇਸ ਸਥਾਨ ਤੇ ਗੁਰੂ ਕਾ ਚੱਕ ਆਬਾਦ ਕਰਨ ਲਈ ਲਾਗਲੇ ਪਿੰਡਾਂ ਦੀਆਂ ਜ਼ਮੀਨਾਂ ਖਰੀਦੀਆਂ ਤੇ ਇਸ ਸਥਾਨ ਦੀ ਸੇਵਾ ਸੰਭਾਲ ਲਈ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ, ਗੁਰੀਆਂ, ਚੰਦਰਭਾਨ ਅਤੇ ਰੂਪਰਾਮ ਆਦਿ ਸੱਜਣ ਨਿਯਤ ਕੀਤੇ। ਇਸ ਤਰ੍ਹਾਂ ਧਰਮ ਪ੍ਰਚਾਰ ਹੋਣ ਨਾਲ ਸੰਗਤਾਂ ਦਰਸ਼ਨ ਤੇ ਸੇਵਾ ਲਈ ਆਉਣੀਆਂ ਸ਼ੁਰੂ ਹੋ ਗਈਆਂ। ਇਸ ਪਵਿੱਤਰ ਨਗਰੀ ਬਾਰੇ ਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਅੰਮ੍ਰਿਤਸਰ ਸਿਫਤੀ ਦਾ ਘਰ ਕਿਹਾ ਸੀ। ਸਨ 1572 ਵਿੱਚ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਹੁਕਮ ਅਨੁਸਾਰ ਇੱਕ ਸਰੋਵਰ ਦਾ ਟੱਪ ਲਾਇਆ, ਜਿਸ ਨੂੰ ਸੰਤੋਖਸਰ ਕਿਹਾ ਜਾਂਦਾ ਹੈ। ਨਾਲ ਹੀ ਸਤਿਗੁਰੂ ਜੀ ਨੇ ਇੱਕ ਨਵਾਂ ਨਗਰ ਵਸਾਉਣ ਦੀ ਵੀ ਰਸਮ ਅਦਾ ਕੀਤੀ, ਭਾਵ ਮੋਹੜੀ ਗੱਡ ਕੇ ਇਸ ਧਰਤੀ ਦਾ ਨਾਮ ਚੱਕ ਗੁਰੂ ਕਾ ਰੱਖਿਆ। ਨਗਰ ਵਸਾਉਣ ਵਾਸਤੇ ਗੁਰੂ ਜੀ ਨੇ ਆਪਣੀ ਰਿਹਾਇਸ਼ ਵਾਸਤੇ ਇੱਥੇ ਮਕਾਨ ਬਣਾਇਆ, ਜਿਸ ਨੂੰ ਗੁਰੂ ਕੇ ਮਹਿਲ ਕਹਿੰਦੇ ਸਨ। ਉਸ ਦੇ ਆਲੇ ਦੁਆਲੇ ਲੋਕਾਂ ਨੇ ਆਪਣੇ ਮਕਾਨ ਤੇ ਦੁਕਾਨਾਂ ਬਣਾ ਲਈਆਂ।
ਸ਼੍ਰੀ ਗੁਰੂ ਰਾਮਦਾਸ ਜੀ ਨੇ ਸ਼ਹਿਰ ਨੂੰ ਹਰ ਪੱਖੋਂ ਪੂਰਨ ਬਣਾਉਣ ਲਈ ਵੱਖ-ਵੱਖ ਕਿੱਤਿਆਂ ਦੇ ਹੁਨਰਮੰਦ ਲੋਹਾਰ, ਤਰਖਾਣ, ਜੁਲਾਹੇ, ਘੁਮਿਆਰ, ਸੁਨਿਆਰੇ ਤੇ ਠਠਿਆਰ ਆਦਿ ਇੱਥੇ ਵਸਾਏ। ਸਨ 1577 ਵਿੱਚ ਚੌਥੇ ਪਾਤਸ਼ਾਹ ਨੇ ਇਸ ਢਾਬ ਨੂੰ ਅੰਮ੍ਰਿਤ ਸਰੋਵਰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ। ਹਰ ਕੀ ਪੌੜੀ ਤੋਂ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਈ ਅਤੇ ਫਰਮਾਇਆ, ਹਰ ਕੀ ਪੌੜੀ ਹਰ ਜੀ ਵਸੇ। ਗੁਰੂ ਜੀ ਦੇ ਸਿੱਖਾਂ, ਸੇਵਕਾਂ, ਸ਼ਰਧਾਲੂਆਂ ਨੇ ਪ੍ਰਭਾਵਿਤ ਹੋ ਕੇ ਗੁਰੂ ਜੀ ਦੇ ਮਹਿਲ ਵਾਸਤੇ ਖੂਹ ਪੁੱਟੇ, ਲੰਗਰ ਦਾ ਪ੍ਰਬੰਧ ਕੀਤਾ ਅਤੇ ਮੱਝਾਂ ਗਊਆਂ ਦੀ ਪਾਲਣਾ ਸ਼ੁਰੂ ਕੀਤੀ। ਸ਼੍ਰੀ ਗੁਰੂ ਰਾਮਦਾਸ ਜੀ ਦੀਵਾਨ ਲਾਉਂਦੇ ਤਾਂ ਸਭ ਗੁਰਸਿੱਖ ਹਾਜ਼ਰ ਹੁੰਦੇ, ਦਰਸ਼ਨ ਕਰਦੇ ਅਤੇ ਤਨ ਮਨ ਨਾਲ ਸੇਵਾ ਕਰਦੇ। ਹੌਲੀ-ਹੌਲੀ ਇੱਥੇ ਇੱਕ ਦੇਵਨਗਰੀ ਬਣ ਗਈ। ਸਰੋਵਰ ਬਣਨ ਨਾਲ ਵਧੇਰੇ ਸਿੱਖ ਸ਼ਰਧਾਵਾਨ ਯਾਤਰਾ ਲਈ ਆਉਣੇ ਵੀ ਸ਼ੁਰੂ ਹੋ ਗਏ। ਸੰਗਤਾਂ ਜੁੜਦੀਆਂ, ਇਸ਼ਨਾਨ ਕਰਦੀਆਂ ਅਤੇ ਦੁੱਖਾਂ ਰੋਗਾਂ ਤੋਂ, ਕਸ਼ਟਾਂ ਤੋਂ ਮੁਕਤ ਹੁੰਦੀਆਂ। ਚੌਥੇ ਗੁਰੂ ਸਾਹਿਬ ਦੇ ਸਮੇਂ ਸਰੋਵਰ ਕੱਚਾ ਸੀ, ਪੱਕਾ ਨਹੀਂ ਸੀ ਬਣਿਆ ਹੋਇਆ, ਪਰ ਸਿੱਖ ਸੰਗਤਾਂ ਦੂਰ-ਦੂਰ ਤੋਂ ਆ ਕੇ ਇਸ਼ਨਾਨ ਕਰਕੇ ਮਨ ਇੱਛਤ ਫਲ ਪ੍ਰਾਪਤ ਕਰਦੀਆਂ ਸਨ। ਇਸ ਤਰ੍ਹਾਂ ਇੱਕ ਮਹਾਨ ਤੀਰਥ ਪ੍ਰਗਟ ਹੋ ਗਿਆ ਸੀ। ਇਸ ਪਵਿੱਤਰ ਸਥਾਨ ਦੀ ਪ੍ਰਸਿੱਧੀ ਦੁੱਖ ਭੰਜਨੀ ਬੇਰੀ ਦੇ ਨਾਲ ਵਾਲੇ ਇਸ ਅੰਮ੍ਰਿਤ ਕੁੰਡ ਵਿੱਚੋਂ ਇਸ਼ਨਾਨ ਕਰਨ ਵਾਲੇ ਬੀਬੀ ਰਜਨੀ ਦੇ ਪਤੀ ਅਰੋਗ ਹੋਣ ਨਾਲ ਬੜੀ ਵਧੀ। ਭਾਈ ਦੁਨੀਚੰਦ ਖੱਤਰੀ ਪੱਟੀ ਸ਼ਹਿਰ ਦਾ ਇੱਕ ਹੰਕਾਰੀ ਹਾਕਮ ਮਾਫੀਦਾਰ ਸੀ, ਜੋ ਲੋਕਾਂ ਦੇ ਸਰਕਾਰੀ ਮਾਮਲਾ ਉਗਰਾਉਂਦਾ ਹੁੰਦਾ ਸੀ। ਉਸ ਦੀ 7ਵੀਂ ਤੇ ਸਭ ਤੋਂ ਛੋਟੀ ਲੜਕੀ ਦਾ ਇਹ ਸਿੱਧਕ ਸੀ ਕਿ ਸਭ ਨੂੰ ਖਾਣ ਨੂੰ ਪਰਮਾਤਮਾ ਦਿੰਦਾ ਹੈ, ਹੋਰ ਕੋਈ ਨਹੀਂ। ਉਹਦੇ ਸਿਰ ਤੇ ਗੁੱਸੇ ਹੋ ਕੇ ਉਸਦੇ ਪਿਤਾ ਨੇ ਉਹਦੀ ਸ਼ਾਦੀ ਇੱਕ ਪਿੰਗਲੇ ਨਾਲ ਕਰ ਦਿੱਤੀ ਸੀ। ਬੀਬੀ ਨੇ ਬੜਾ ਸਿੱਧਕ ਵਿਖਾਇਆ ਤੇ ਇੱਕ ਪ੍ਰਭੂ ਤੇ ਭਰੋਸਾ ਕਰਕੇ ਆਪਣੇ ਪਤੀ ਨੂੰ ਚੁੱਕ ਕੇ ਫਿਰਦੀ ਰਹੀ ਤੇ ਪਿੰਡਾਂ ਤੋਂ ਖਾਣ ਨੂੰ ਰੋਟੀਆਂ ਮੰਗ ਕੇ ਗੁਜ਼ਾਰਾ ਕਰਦੀ। ਇੱਕ ਦਿਨ ਆਪਣੇ ਪਤੀ ਦੀ ਸੇਵਾ ਕਰਦੀ ਹੋਈ ਇਸ ਢਾਬ ਦੇ ਕੰਢੇ ਆਪਣੇ ਪਤੀ ਨੂੰ ਛੱਡ ਕੇ ਸੁਲਤਾਨ ਪਿੰਡ ਵਿਖੇ ਰੋਟੀਆਂ ਲੈਣ ਚਲੀ ਗਈ ਤਾਂ ਉਸਦੇ ਪਤੀ ਨੇ ਕਾਲੇ ਕਾਂ ਇਸ ਅੰਮ੍ਰਿਤ ਕੁੰਡ ਵਿੱਚੋਂ ਨਹਾ ਕੇ ਚਿੱਟੇ ਹੰਸ ਬਣਦੇ ਵੇਖੇ। ਉਸ ਨੇ ਰਿੜ ਕੇ ਇੱਥੇ ਇਸ਼ਨਾਨ ਕੀਤਾ ਤੇ ਉਹਦਾ ਕੋਹੜ ਦੂਰ ਹੋ ਗਿਆ। ਬੀਬੀ ਰਜਨੀ ਨੇ ਆ ਕੇ ਵੇਖਿਆ ਤਾਂ ਹੈਰਾਨ ਹੋ ਗਈ, ਪਰ ਚੌਥੇ ਪਾਤਸ਼ਾਹ ਦੇ ਦਰਬਾਰ ਵਿੱਚ ਇਹ ਨਿਤਾਰਾ ਹੋ ਗਿਆ ਕਿ ਰਜਨੀ ਦੇ ਪਤੀ ਨੇ ਇਸੇ ਪਵਿੱਤਰ ਕੁੰਡ ਵਿੱਚੋਂ ਇਸ਼ਨਾਨ ਕੀਤਾ ਤੇ ਉਹ ਰਾਜੀ ਹੋ ਗਿਆ। ਇਸ ਕੌਤਕ ਦੇ ਨਾਲ ਇਸ ਸਰੋਵਰ ਦੀ ਮਹੱਤਤਾ ਹੋਰ ਵੀ ਵੱਧ ਗਈ। ਸਨ 1579 ਵਿੱਚ ਬਾਬਾ ਸ਼੍ਰੀ ਚੰਦ ਜੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਲਈ ਆਏ ਅਤੇ ਪ੍ਰਸੰਨ ਹੋ ਕੇ ਉਹਨਾਂ ਨੇ ਇਹ ਬਚਨ ਉਚਾਰੇ ਸੀ, ਏਤੇ ਹੈ ਹਰ ਜੀ ਕਾ ਧਾਮ, ਪਾਲ ਨਾਮ ਅੰਮ੍ਰਿਤਸਰ, ਰਿੱਧ ਸਿੱਧ ਬਸੇ ਇਸ ਥਾਹੀਂ, ਬਖਸ਼ਣਹਾਰ ਦੁੱਖ ਪਾਵੇ ਨਾਹੀਂ। ਇਸ ਸਥਾਨ ਦਾ ਨਾਮ ਭਾਵੇਂ ਚੱਕ ਗੁਰੂ ਕਾ ਰੱਖਿਆ ਗਿਆ ਸੀ, ਪਰ ਕਈ ਸਿੱਖ ਸ਼੍ਰੀ ਗੁਰੂ ਰਾਮਦਾਸ ਜੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਚੱਕ ਗੁਰੂ ਰਾਮਦਾਸ ਵੀ ਕਹਿਣ ਲੱਗ ਪਏ ਸੀ। ਪਰ ਆਪ ਜੀ ਨੇ ਬਾਬਾ ਸ਼੍ਰੀ ਚੰਦ ਤੋਂ ਪ੍ਰੇਰਨਾ ਲੈ ਕੇ ਇਸ ਸਥਾਨ ਦਾ ਨਾਮ ਅੰਮ੍ਰਿਤਸਰ ਰੱਖ ਦਿੱਤਾ। ਇੱਥੇ ਇਹ ਵੀ ਗੱਲ ਮੰਨੀ ਜਾਂਦੀ ਹੈ ਕਿ ਸਭ ਤੋਂ ਪਹਿਲਾਂ ਇਸ ਨਗਰੀ ਦਾ ਨਾਮ ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਮ ਤੇ ਅੰਮ੍ਰਿਤਸਰ ਪਿਆ ਸੀ, ਪਰ ਬਾਅਦ ਵਿੱਚ ਅੰਮ੍ਰਿਤਸਰ ਪ੍ਰਸਿੱਧ ਹੋ ਗਿਆ। ਸ਼੍ਰੀ ਗੁਰੂ ਰਾਮਦਾਸ ਜੀ ਨੂੰ ਇਸ ਸਥਾਨ ਦਾ ਬਾਨੀ ਕਿਹਾ ਜਾਂਦਾ ਹੈ। ਆਪ ਜੀ ਨੇ ਨਗਰ ਵਸਾਉਣ ਤੋਂ ਪਹਿਲਾਂ ਇੱਥੇ ਸਰੋਵਰ ਦੀ ਖੁਦਵਾਈ ਦੇ ਨਾਲ-ਨਾਲ ਨਗਰ ਦੇ ਵਿਚਕਾਰ ਹਰਿਮੰਦਰ ਦੀ ਉਸਾਰੀ ਵੀ ਸ਼ੁਰੂ ਕਰਵਾਈ, ਪਰ ਉਹਨਾਂ ਦੀ ਆਯੂ ਵਿੱਚ ਇਹ ਕੰਮ ਸਿਰੇ ਨਾ ਚੜ੍ਹ ਸਕਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰੂ ਪਿਤਾ ਦੇ ਕੰਮ ਨੂੰ ਆਪਣੇ ਹੱਥ ਵਿੱਚ ਲਿਆ ਤੇ ਸਰੋਵਰ ਦੀ ਖੁਦਵਾਈ ਸੰਪੂਰਨ ਕਰਵਾਈ। ਸਰੋਵਰ ਦੇ ਚੁਫੇਰੇ ਸ਼ਹਿਰ ਉਸਾਰਨਾ ਸ਼ੁਰੂ ਹੋ ਗਿਆ। ਆਪ ਜੀ ਨੇ ਸਰੋਵਰ ਨੂੰ ਪੱਕਿਆਂ ਕਰਨ ਅਤੇ ਵਿਚਾਲੇ ਮੰਦਿਰ ਤਿਆਰ ਕਰਵਾਉਣ ਲਈ ਮੁਖੀ ਸਿੱਖਾਂ ਨੂੰ ਸੱਦਿਆ। ਕਲਿਆਣਾ, ਸਾਲੋ, ਗੁਰੀਆਂ, ਲੰਗਾਹਾ, ਪ੍ਰੇਮਾ, ਜੇਠਾ, ਪੈੜਾ, ਬੂਲਾ, ਪਹਿਲੋ, ਕੰਚਨ, ਧਾਰੀ, ਵੀਰੂ ਤੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਵੀ ਹਾਜ਼ਰ ਹੋਏ। ਸਰੋਵਰ ਨੂੰ ਪੱਕਾ ਕਰਨ ਲਈ ਮੰਦਿਰ ਦੀ ਉਸਾਰੀ ਵਾਸਤੇ ਪੱਕੀਆਂ ਇੱਟਾਂ ਦੀ ਲੋੜ ਸੀ। ਇੱਟਾਂ ਲਈ ਆਵੇ ਦਾ ਪ੍ਰਬੰਧ ਕੀਤਾ ਗਿਆ। ਆਵੇ ਵਾਸਤੇ ਬਾਲਣ ਦੀ ਲੋੜ ਸੀ। ਸੇਵਾ ਸ਼ੁਰੂ ਹੋ ਗਈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀਏ ਨੇ ਸੇਵਾ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ, ਪਰ ਸੰਗਤਾਂ ਸਾਹਮਣੇ ਉਸ ਦੀ ਕੋਈ ਪੇਸ਼ ਨਾ ਗਈ। ਦਿਨ ਰਾਤ ਤਨ ਮਨ ਤੇ ਧਨ ਨਾਲ ਸੇਵਾ ਹੋ ਰਹੀ ਸੀ। ਸਰੋਵਰ ਦੀਆਂ 3 ਬਾਹੀਆਂ ਪੱਕੀਆਂ ਬਣ ਚੁੱਕੀਆਂ ਸਨ ਤੇ ਚੌਥੀ ਬਾਹੀ ਪੱਛਮ ਵਾਲੀ ਬਾਕੀ ਰਹਿ ਗਈ ਸੀ। ਆਪ ਜੀ ਨੇ ਮਿਸਤਰੀਆਂ ਨੂੰ ਸੱਦਿਆ ਤੇ ਨਕਸ਼ਾ ਸਮਝਾ ਕੇ ਹੁਕਮ ਕੀਤਾ ਕਿ ਸਰੋਵਰ ਦੇ ਵਿਚਕਾਰ ਇੱਕ ਐਸੀ ਇਮਾਰਤ ਤਿਆਰ ਕੀਤੀ ਜਾਵੇ ਜਿਸ ਦੇ 4 ਬੂਹੇ ਹੋਣ ਤੇ ਨੀਹਾਂ ਹੇਠਾਂ ਤੋਂ ਰੱਖੀਆਂ ਜਾਣ। ਹਰਿਮੰਦਰ ਦੀ ਨੀਂਹ ਪੁੱਟਣੀ ਸ਼ੁਰੂ ਹੋ ਗਈ। ਕੁਝ ਦਿਨਾਂ ਵਿੱਚ ਨੀਂਹ ਪੁੱਟੀ ਗਈ ਤਾਂ 5ਵੇਂ ਪਾਤਸ਼ਾਹ ਨੇ ਲਾਹੌਰ ਦੇ ਮਸ਼ਹੂਰ ਫਕੀਰ ਹਜ਼ਰਤ ਮੀਆਂ ਮੀਰ ਜੀ ਤੋਂ ਨੀਂਹ ਵਿੱਚ ਪਹਿਲੀ ਇੱਟ ਰਖਵਾਈ। ਮਰਿਆਦਾ ਪੂਰੀ ਹੋਈ। ਖੁਸ਼ੀ ਦੇ ਨਾਦ ਚੁਫੇਰੇ ਵੱਜ ਪਏ। ਕਹਿੰਦੇ ਹਨ ਕਿ ਮਿਸਤਰੀਆਂ ਨੇ ਮੀਆਂ ਮੀਰ ਜੀ ਦੀ ਰੱਖੀ ਹੋਈ ਇੱਟ ਚੁੱਕ ਕੇ ਸਿੱਧੀ ਕਰ ਦਿੱਤੀ। ਇਹ ਵੇਖ ਕੇ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਿ ਇਹ ਦਰਬਾਰ ਸਾਹਿਬ ਦੀ ਇਮਾਰਤ ਇੱਕ ਵਾਰ ਢਹਿ ਕੇ ਮੁੜ ਤੋਂ ਤਿਆਰ ਹੋਵੇਗੀ। ਸੋ ਦਰਸ਼ਨੀ ਡਿਉੜੀ ਪੁਲ ਤੇ ਸ਼੍ਰੀ ਹਰਮੰਦਰ ਸਾਹਿਬ ਦੀ ਇਮਾਰਤ ਤਿਆਰ ਹੋਣੀ ਸ਼ੁਰੂ ਹੋਈ। ਹਜ਼ਾਰਾਂ ਸਿੱਖਾਂ ਨੇ ਤਨ ਮਨ ਨਾਲ ਸੇਵਾ ਕੀਤੀ। ਹਰ ਕੀ ਪੌੜੀ, 68 ਤੀਰਥ ਤੇ ਦੁੱਖ ਭੰਜਨੀ ਬੇਰੀ ਪਵਿੱਤਰ ਥਾਂ ਪ੍ਰਗਟ ਹੋ ਚੁੱਕੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਨ ਲਈ ਬਾਣੀ ਦਾ ਗ੍ਰੰਥ ਭਾਈ ਗੁਰਦਾਸ ਜੀ ਤੋਂ ਲਿਖਵਾਇਆ।
ਇਸ ਵਿੱਚ ਆਪਣੀ ਅਤੇ ਪਹਿਲੇ ਗੁਰੂਆਂ ਦੀ ਸਾਰੀ ਬਾਣੀ ਤੇ ਭਗਤਾਂ ਦੀ ਬਾਣੀ ਦਰਜ ਕਰਵਾਈ। ਇਹ ਬੀੜ ਰਾਮਸਰ ਵਿੱਚ ਤਿਆਰ ਕਰਵਾ ਕੇ ਭਾਈ ਬੁੱਢਾ ਜੀ ਦੇ ਸਿਰ ਤੇ ਰਖਵਾ ਕੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਵਾਈ ਗਈ। ਕਿਸੇ ਮੂਰਤੀ ਜਾਂ ਬੁੱਤ ਦੀ ਥਾਂ ਗੁਰੂਆਂ ਤੇ ਭਗਤਾਂ ਦੀ ਬਾਣੀ ਦੇ ਦਰਸ਼ਨ ਕਰਕੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਇਹ ਵਾਕ ਕਹਿ ਕੇ ਬਾਣੀ ਦੀ ਮਹੱਤਤਾ ਦੱਸੀ। ਬਾਬਾ ਬੁੱਢਾ ਜੀ ਸਭ ਤੋਂ ਪਹਿਲੇ ਗ੍ਰੰਥੀ ਬਣੇ, ਜਿਨ੍ਹਾਂ ਨੂੰ ਇਹ ਪਦਵੀ ਪੰਚਮ ਪਾਤਸ਼ਾਹ ਨੇ ਹੀ ਬਖਸ਼ੀ। ਗੁਰੂ ਨਾਨਕ ਦੇਵ ਜੀ ਤੋਂ ਚਲਾਈ ਗਈ ਪਰੰਪਰਾ ਗੁਰੂ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਬਾਣੀ ਦੀ ਪਵਿੱਤਰਤਾ ਸਦਕਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਲੋਹ ਤੇ ਬੈਠ ਕੇ ਅਕਾਲ ਪੁਰਖ ਦਾ ਭਾਣਾ ਮੰਨਣਾ ਪਿਆ। ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਘਰ ਦੇ ਦੋਖੀਆਂ ਪ੍ਰਿਥੀ ਚੰਦ ਤੇ ਚੰਦੂ ਆਦਿ ਦੁਸ਼ਟਾਂ ਨੇ ਇੰਨੀ ਅੱਤ ਚੁੱਕੀ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਹਕੂਮਤ ਵੱਲੋਂ ਕੈਦ ਕੱਟਣੀ ਪਈ। ਆਖਰ ਗੁਰੂ ਘਰ ਦੀ ਸ਼ਕਤੀ ਅੱਗੇ ਜਹਾਂਗੀਰ ਬਾਦਸ਼ਾਹ ਨੂੰ ਝੁਕਣਾ ਪਿਆ। ਗਵਾਲੀਅਰ ਕਿਲੇ ਵਿੱਚੋਂ ਰਿਹਾ ਹੋ ਕੇ 6ਵੇਂ ਪਾਤਸ਼ਾਹ ਅੰਮ੍ਰਿਤਸਰ ਆਏ। ਸ਼ਹਿਰ ਵਿੱਚ ਦੀਪਮਾਲਾ ਕੀਤੀ ਗਈ। ਉਹ ਦਿਹਾੜਾ ਦੀਵਾਲੀ ਦਾ ਸੀ। ਬੜਾ ਭਾਰੀ ਮੇਲਾ ਲੱਗਾ। ਹਜ਼ਾਰਾਂ ਸਿੱਖ ਸੰਗਤਾਂ ਦਰਸ਼ਨਾਂ ਨੂੰ ਆਈਆਂ। ਕਾਰ ਭੇਟਾ ਬੜੀ ਆਈ, ਜਿਸ ਨਾਲ ਗੁਰੂ ਜੀ ਨੇ ਅਕਾਲ ਬੁੰਗੇ ਦੀ ਇਮਾਰਤ ਨੂੰ ਪੂਰਾ ਕਰਵਾਇਆ। ਖੂਹ ਲਗਵਾਏ ਗਏ। ਗੁਰੂ ਨਗਰੀ ਦੀ ਰੌਣਕ ਵਧੀ ਤੇ ਸ੍ਰੀ ਹਰਿਮੰਦਰ ਸਾਹਿਬ ਦਾ ਜਸ ਹੋਰ ਵਧਿਆ। ਇਸ ਤੋਂ ਬਿਨਾਂ ਗੁਰੂ ਸਾਹਿਬ ਨੇ ਕੌਲਸਰ, ਵਿਵੇਕਸਰ ਇਹਨਾਂ ਸਭ ਦੀ ਰਚਨਾ ਕੀਤੀ ਅਤੇ ਸੰਤੋਖਸਰ ਤੇ ਰਾਮਸਰ ਦੀਆਂ ਪੌੜੀਆਂ ਪੱਕੀਆਂ ਕਰਵਾਈਆਂ। ਜਹਾਂਗੀਰ ਤੋਂ ਬਾਅਦ ਸ਼ਾਹਜਹਾਂ ਬਾਦਸ਼ਾਹ ਬਣਿਆ ਤਾਂ ਉਸ ਸਮੇਂ ਲਾਹੌਰ ਦਾ ਸੂਬਾ ਗੁਰੂ ਜੀ ਦਾ ਵਿਰੋਧੀ ਹੋ ਗਿਆ। ਗੁਰੂ ਜੀ ਕੋਲ ਵੀ ਸ਼ਾਹੀ ਠਾਠ-ਬਾੜ ਤੇ ਸੈਨਾ ਸੀ। ਕਈ ਜੰਗਾਂ ਹੋਈਆਂ। ਗੁਰੂ ਸਾਹਿਬ ਅੰਮ੍ਰਿਤਸਰ ਤੋਂ ਬਾਹਰ ਕਰਤਾਰਪੁਰ ਚਲੇ ਗਏ। ਕਦੀ-ਕਦੀ ਅੰਮ੍ਰਿਤਸਰ ਆਉਂਦੇ, ਕਿਉਂਕਿ ਇਸ ਮਹਾਨ ਤੀਰਥ ਤੇ ਸਿੱਖੀ ਦੇ ਕੇਂਦਰ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੁੰਦੇ ਸਨ। ਇਸ ਤੋਂ ਬਾਅਦ ਗੁਰੂ ਦਰਬਾਰ ਦੀ ਸੇਵਾ ਸਿੱਖ ਅਤੇ ਮਸੰਦ ਕਰਦੇ ਰਹੇ। 6ਵੇਂ ਪਾਤਸ਼ਾਹ ਤੋਂ ਬਾਅਦ ਸ੍ਰੀ ਗੁਰੂ ਹਰਿਰਾਏ ਸਾਹਿਬ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਵੀ ਅੰਮ੍ਰਿਤਸਰ ਨਾ ਆ ਸਕੇ ਤੇ ਦਰਬਾਰ ਸਾਹਿਬ ਦੀ ਸੇਵਾ ਮਸੰਦ ਹੀ ਕਰਦੇ ਰਹੇ, ਜੋ ਪ੍ਰਿਥੀ ਚੰਦ ਦੀ ਸੰਤਾਨ ਵਿੱਚੋਂ ਸਨ, ਜਿਨ੍ਹਾਂ ਨੂੰ ਪੁਜਾਰੀ ਵੀ ਕਿਹਾ ਜਾਂਦਾ ਸੀ। 7ਵੇਂ ਤੇ 8ਵੇਂ ਗੁਰੂ ਬਾਅਦ 9ਵੇਂ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਬਕਾਲੇ ਤੋਂ ਚੱਲ ਕੇ ਆਪਣੀ ਜਨਮ ਭੂਮੀ ਤੇ ਗੁਰੂ ਦਰਬਾਰ ਦੇ ਦਰਸ਼ਨਾਂ ਲਈ ਉਚੇਚੇ ਅੰਮ੍ਰਿਤਸਰ ਸਾਹਿਬ ਆਏ। ਪਰ ਪੁਜਾਰੀਆਂ ਨੇ ਸਮਝਿਆ ਕਿ ਸ਼ਾਇਦ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ 9ਵੇਂ ਮਾਲਕ ਸ੍ਰੀ ਹਰਿਮੰਦਰ ਸਾਹਿਬ ਤੇ ਕਬਜ਼ਾ ਕਰਨ ਆਏ ਹਨ। ਇਹ ਸੋਚ ਕੇ ਕਿ ਇਸ ਤਰ੍ਹਾਂ ਉਹਨਾਂ ਦੀ ਰੋਜੀ ਰੋਟੀ ਖੁੱਸ ਜਾਵੇਗੀ, ਉਹਨਾਂ ਨੇ 9ਵੇਂ ਪਾਤਸ਼ਾਹ ਨੂੰ ਅਕਾਲ ਬੁੰਗੇ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਨਾ ਕਰਨ ਦਿੱਤੇ। ਸਾਰੇ ਬੂਹੇ ਬੰਦ ਕਰ ਦਿੱਤੇ ਗਏ। ਸ਼ਹਿਰ ਦੇ ਲੋਕ ਵੀ ਪੁਜਾਰੀਆਂ ਦੇ ਅਸਰ ਹੇਠ ਸਨ। ਇਸ ਲਈ ਗੁਰੂ ਜੀ ਨੇ ਸੁਭਾਵਕ ਹੀ ਬਚਨ ਕੀਤੇ, ਅੰਮ੍ਰਿਤਸਰੀਏ ਅੰਦਰ ਸੜੀਏ। ਅਕਾਲ ਬੁੰਗੇ ਦੀ ਉੱਤਰੀ ਬਾਹੀ ਵੱਲ ਗੁਰੂ ਸਾਹਿਬ ਜੀ ਇੱਕ ਥੜੇ ਤੇ ਬਿਰਾਜ ਹੋ ਗਏ। ਉੱਥੇ ਹੀ ਗੁਰੂ ਘਰ ਨੂੰ ਨਮਸਕਾਰ ਕਰਕੇ ਬੱਲੇ ਪਿੰਡ ਵੱਲ ਨੂੰ ਚਲੇ ਗਏ। ਜਦ ਅੰਮ੍ਰਿਤਸਰ ਦੇ ਵਾਸੀਆਂ ਨੂੰ ਗੁਰੂ ਸਾਹਿਬ ਦੇ ਵਾਪਸ ਜਾਣ ਦਾ ਤੇ ਨਾਰਾਜ਼ਗੀ ਦਾ ਪਤਾ ਲੱਗਾ, ਉਹ ਬੜੇ ਦੁਖੀ ਤੇ ਪਛਤਾਏ। ਉਸ ਵੇਲੇ ਅੰਮ੍ਰਿਤਸਰ ਸ਼ਹਿਰ ਦੀਆਂ ਮਾਈਆਂ ਬੀਬੀਆਂ ਇਕੱਠੀਆਂ ਹੋ ਕੇ ਬੱਲੇ ਪਿੰਡ ਚਲੀਆਂ ਗਈਆਂ ਤੇ ਭੁੱਲ ਬਖਸ਼ਾਈ। ਤਾਂ ਫਿਰ ਗੁਰੂ ਸਾਹਿਬ ਨੇ ਬਚਨ ਕੀਤਾ, ਮਾਈਆਂ ਰੱਬ ਰਜਾਈਆਂ। ਉਸ ਤੋਂ ਬਾਅਦ 9ਵੇਂ ਪਾਤਸ਼ਾਹ ਫਿਰ ਅੰਮ੍ਰਿਤਸਰ ਵੱਲ ਨਹੀਂ ਆਏ। ਕੀਰਤਪੁਰ ਤੇ ਅਨੰਦਪੁਰ ਸਾਹਿਬ ਹੀ ਰਹੇ, ਪੂਰਬ ਵੱਲ ਵਿਚਰਦੇ ਰਹੇ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਸਾਰੀ ਉਮਰ ਸਿੱਖ ਧਰਮ ਦੀ ਤਸਵੀਰ ਨੂੰ ਮੁਕੰਮਲ ਕਰਨ ਲਈ ਸੰਘਰਸ਼ ਕਰਦੇ ਰਹੇ ਤੇ ਦੱਖਣ ਵੱਲ ਚਲੇ ਗਏ। ਉਸ ਸਮੇਂ ਅੰਮ੍ਰਿਤਸਰ ਦੀ ਸੇਵਾ ਸੰਭਾਲ ਸਿੱਖ ਪੁਜਾਰੀ ਹੀ ਕਰਦੇ ਰਹੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਨੂੰ ਸੋਧਿਆ, ਸਰਹੰਦ ਦੀ ਇੱਟ ਨਾਲ ਇੱਟ ਵਜਾਈ ਤੇ ਜ਼ਾਲਮਾਂ ਨੂੰ ਕੀਤੇ ਦਾ ਫਲ ਦਿੱਤਾ। ਉਸ ਸਮੇਂ ਲਾਹੌਰ ਦੀ ਸੈਨਾ ਤੇ ਮਾਝੇ ਦੇ ਸਿੱਖਾਂ ਵਿੱਚ ਟੱਕਰ ਲੈਣੀ ਸ਼ੁਰੂ ਹੋ ਗਈ। ਇਸ ਲਈ ਬਾਬਾ ਬੰਦਾ ਸਿੰਘ ਦੀ ਕਮਾਨ ਹੇਠ ਖਾਲਸਾ ਅੰਮ੍ਰਿਤਸਰ ਪੁੰਜਾ। ਵਿਸਾਖੀ ਦਾ ਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਅੰਮ੍ਰਿਤਸਰ ਖਾਲਸੇ ਦਾ ਫੌਜੀ ਕੇਂਦਰ ਕਾਇਮ ਕੀਤਾ। ਬੰਦਾ ਸਿੰਘ ਨੇ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਮਦਮੀ ਬੀੜ ਬਿਰਾਜਮਾਨ ਕਰਵਾਈ। ਪਾਠ ਕੀਰਤਨ ਕੀਤੇ ਗਏ, ਕੜਾਹ ਪ੍ਰਸ਼ਾਦ ਹੋਏ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰਮਤਾ ਕੀਤਾ ਗਿਆ ਕਿ ਦਰਬਾਰ ਸਾਹਿਬ ਦਾ ਚੜਾਵਾ ਲੋੜ ਅਨੁਸਾਰ ਗੁਰੂ ਘਰ ਦੀ ਸੇਵਾ ਸੰਭਾਲ ਤੇ ਲੰਗਰ ਵਾਸਤੇ ਰੱਖ ਕੇ ਬਾਕੀ ਮਾਤਾ ਸੁੰਦਰੀ ਨੂੰ ਦਿੱਲੀ ਵਿਖੇ ਭੇਜਿਆ ਜਾਇਆ ਕਰੇਗਾ। ਬਾਬਾ ਬੰਦਾ ਸਿੰਘ ਬਹਾਦਰ ਤੋਂ 50-60 ਸਾਲ ਬਾਅਦ ਤੱਕ ਅੰਮ੍ਰਿਤਸਰ ਸਿੱਖਾਂ ਦੀਆਂ ਸਰਗਰਮੀਆਂ ਦਾ ਕੇਂਦਰ ਬਣਿਆ ਰਿਹਾ। ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਨੂੰ ਦਿੱਲੀ ਤੋਂ ਅੰਮ੍ਰਿਤਸਰ ਖਾਲਸੇ ਨੂੰ ਔਖੇ ਸਮੇਂ ਹੌਸਲਾ ਦੇਣ ਲਈ ਭੇਜਿਆ, ਜੋ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਥਾਪੇ ਗਏ। ਉਹਨਾਂ ਨੇ 20 ਕੁ ਸਾਲ ਤੱਕ ਵਿਸਾਖੀ ਤੇ ਦੀਵਾਲੀ ਦੇ ਤਿਉਹਾਰਾਂ ਤੇ ਖਾਲਸੇ ਨੂੰ ਅੰਮ੍ਰਿਤਸਰ ਇਕੱਤਰ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਅਸਥਾਨ ਤੇ ਸਲਾਹ ਮਸ਼ਵਰੇ ਦਿੱਤੇ। ਪਿੰਡਾਂ ਤੇ ਸ਼ਹਿਰਾਂ ਵਿੱਚ ਉਹਨਾਂ ਦੇ ਸੁਨੇਹੇ ਸਮੇਂ-ਸਮੇਂ ਤੇ ਸਿੱਖਾਂ ਨੂੰ ਪੁੱਜਦੇ ਰਹੇ। ਉਹਨਾਂ ਨੇ ਖਾਲਸੇ ਨੂੰ ਚੰਗੀ ਮੱਤ ਇਹ ਦਿੱਤੀ ਕਿ ਆਪਣੀ ਸ਼ਕਤੀ ਨੂੰ ਲੋੜ ਅਨੁਸਾਰ ਤੇ ਮੌਕੇ ਅਨੁਸਾਰ ਵਰਤਿਆ ਜਾਵੇ। ਕਾਮਯਾਬੀ ਪ੍ਰਾਪਤ ਕਰਨ ਲਈ ਤਾਕਤ ਬਚਾ ਕੇ ਰੱਖੀ ਜਾਏ। ਬੰਦਈ ਖਾਲਸੇ ਤੇ ਤੱਤ ਖਾਲਸੇ ਦੇ ਝਗੜੇ ਸਮੇਂ ਭਾਈ ਮਨੀ ਸਿੰਘ ਦੀ ਸਿਆਣਪ ਨੇ ਚੰਗਾ ਕੰਮ ਕੀਤਾ ਤੇ ਤੱਤ ਖਾਲਸੇ ਨੂੰ ਦਰਬਾਰ ਸਾਹਿਬ ਦਾ ਪ੍ਰਬੰਧ ਸੌਂਪ ਦਿੱਤਾ। ਇਸ ਤੋਂ ਬਾਅਦ ਸਮੇਂ ਦੀ ਸਰਕਾਰ ਨੇ ਸਿੱਖਾਂ ਤੇ ਬੜੇ ਕਰੜੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਅੰਮ੍ਰਿਤਸਰ ਦੇ ਆਲੇ ਦੁਆਲੇ ਪਹਿਰੇ ਲਾ ਦਿੱਤੇ ਗਏ
ਸਨ 1764 ਵਿੱਚ ਭਾਈ ਮਨੀ ਸਿੰਘ ਜੀ ਨੇ ਜ਼ਕਰੀਆ ਖਾਂ ਦੀ ਸਰਕਾਰ ਨੂੰ 5000 ਰੁਪਏ ਦੇਣੇ ਕਰਕੇ ਦੀਵਾਲੀ ਦਾ ਜੋੜ ਮੇਲਾ ਕਰਨ ਦੀ ਆਗਿਆ ਲੈ ਲਈ, ਪਰ ਸਿੱਖਾਂ ਉੱਤੇ ਹਕੂਮਤ ਵੱਲੋਂ ਅੰਮ੍ਰਿਤਸਰ ਜਾਣ ਦੀ ਪਾਬੰਦੀ ਲਾ ਦਿੱਤੀ ਗਈ। ਭਾਈ ਸਾਹਿਬ ਨੇ ਹਕੂਮਤ ਦੀ ਬਦਨੀਤੀ ਵੇਖ ਕੇ 5000 ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ। ਸਰਕਾਰ ਵੱਲੋਂ ਆਪ ਜੀ ਦੇ ਬੰਦ ਕੱਟ ਕੇ ਸ਼ਹੀਦ ਕਰਨ ਦਾ ਫਤਵਾ ਦਿੱਤਾ ਗਿਆ। ਮੁਸਲਮਾਨ ਬਣ ਜਾਣ ਦੀ ਸੂਰਤ ਵਿੱਚ ਜਾਨ ਬਖਸ਼ਣ ਦਾ ਹੁਕਮ ਦਿੱਤਾ ਗਿਆ। ਆਖਰ ਭਾਈ ਮਨੀ ਸਿੰਘ ਜੀ ਨੇ ਹੱਸ ਕੇ ਸਜ਼ਾ ਪ੍ਰਵਾਨ ਕਰ ਲਈ ਅਤੇ ਸ਼ਹੀਦੀ ਪ੍ਰਾਪਤ ਕੀਤੀ। ਕੁਝ ਸਮੇਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਵਿੱਤਰ ਸਥਾਨ ਤੇ ਵਿਸਾਖੀ ਦੇ ਦਿਹਾੜੇ ਖਾਲਸਾ ਦੀ ਬੜੀ ਭਾਰੀ ਇਕੱਤਰਤਾ ਪੰਥ ਦੇ ਮੁਖੀ ਆਗੂ ਦੀਵਾਨ ਸਰਦਾਰ ਦਰਬਾਰਾ ਸਿੰਘ ਦੀ ਜਥੇਦਾਰੀ ਹੇਠ ਹੋਈ। ਉਸ ਸਮੇਂ ਦੇ ਸਰਕਾਰੀ ਵਕੀਲ ਲਾਹੌਰ ਦੇ ਰਹਿਣ ਵਾਲਾ ਭਾਈ ਸੁਬੇਗ ਸਿੰਘ ਸਰਕਾਰ ਵੱਲੋਂ 1 ਲੱਖ ਰੁਪਏ ਦੀ ਜ਼ਗੀਰ ਦਾ ਪਟਾ ਲੈ ਕੇ ਨਵਾਬੀ ਦੀ ਖਿਲਤ ਲੈ ਕੇ ਪੰਥ ਖਾਲਸੇ ਦੇ ਸਾਹਮਣੇ ਹਾਜ਼ਰ ਹੋਇਆ। ਤੁਹਾਡੀ ਜਾਣਕਾਰੀ ਲਈ ਦੱਸ ਦਈਏ, ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਅਤੇ ਇਸ ਨਵਾਬੀ ਦੀ ਖਿਲਤ ਬਾਰੇ ਆਪਾਂ ਅਲੱਗ 2 ਵੀਡੀਓ ਵੀ ਬਣਾਈਆਂ ਹੋਈਆਂ, ਉਹ ਵੀ ਤੁਸੀਂ ਚੈਨਲ ਉੱਪਰ ਜ਼ਰੂਰ ਦੇਖਿਓ। ਪਹਿਲਾਂ ਤਾਂ ਖਾਲਸੇ ਨੇ ਨਵਾਬੀ ਨੂੰ ਠੁਕਰਾ ਦਿੱਤਾ, ਪਰ ਸੁਬੇਗ ਸਿੰਘ ਦੇ ਸਮਝਾਉਣ ਅਤੇ ਖਾਲਸੇ ਵੱਲੋਂ ਇਸ ਬਾਰੇ ਸੋਚ ਵਿਚਾਰ ਤੋਂ ਬਾਅਦ ਸਰਕਾਰ ਦੀ ਪੇਸ਼ਕਸ਼ ਇਸ ਸ਼ਰਤ ਤੇ ਪ੍ਰਵਾਨ ਕਰ ਲਈ ਗਈ ਕਿ ਖਾਲਸਾ ਪੰਥ ਸਰਕਾਰ ਦਾ ਗੁਲਾਮ ਨਹੀਂ ਰਹੇਗਾ। ਸੋ ਉਹ ਨਵਾਬੀ ਗੁਰੂ ਘਰ ਦੇ ਸੇਵਕ, ਸੰਗਤਾਂ ਨੂੰ ਪੱਖਾ ਝੱਲਣ ਵਾਲੇ, ਲੰਗਰ ਦੇ ਬਰਤਨ ਸਾਫ਼ ਕਰਨ ਵਾਲੇ ਅਤੇ ਘੋੜਿਆਂ ਦੀ ਲਿੱਦ ਹੁੰਝਣ ਵਾਲੇ ਸਰਦਾਰ ਕਪੂਰ ਸਿੰਘ ਨੂੰ ਯੋਗ ਸੇਵਾਦਾਰ ਸਮਝ ਕੇ ਦਿੱਤੀ ਗਈ। ਸਰਦਾਰ ਦਰਬਾਰਾ ਸਿੰਘ ਦੇ ਗੁਰਪੁਰੀ ਸਿਧਾਂਤ ਤੋਂ ਪਿੱਛੋਂ ਨਵਾਬ ਕਪੂਰ ਸਿੰਘ ਨੇ ਖਾਲਸਾ ਨੂੰ 2 ਭਾਗਾਂ ਵਿੱਚ ਵੰਡ ਦਿੱਤਾ। ਵਡੇਰੀ ਉਮਰ ਦੇ ਸਿੰਘਾਂ ਨੂੰ ਬੁੱਢਾ ਦਲ ਤੇ 40 ਸਾਲ ਤੋਂ ਘੱਟ ਉਮਰ ਦੇ ਸਿੰਘਾਂ ਨੂੰ ਤਰਨਾ ਦਲ ਵਿੱਚ ਸ਼ਾਮਲ ਕੀਤਾ ਗਿਆ। ਥੋੜੇ ਸਮੇਂ ਬਾਅਦ ਹੀ ਤਰਨਾ ਦਲ ਦੀ ਗਿਣਤੀ 12000 ਤੱਕ ਪਹੁੰਚ ਗਈ। ਨਵਾਬ ਕਪੂਰ ਸਿੰਘ ਨੇ ਪੰਥ ਦੇ ਮੁਖੀਆਂ ਦੀ ਇਕੱਤਰਤਾ ਬੁਲਾ ਕੇ ਖਾਲਸੇ ਦੇ ਦੋਹਾਂ ਦਲਾਂ ਨੂੰ 5 ਜਥਿਆਂ ਵਿੱਚ ਵੰਡ ਦਿੱਤਾ, ਜੋ ਬਾਅਦ ਵਿੱਚ 12 ਮਿਸਲਾਂ ਦੇ ਨਾਮ ਨਾਲ ਪ੍ਰਸਿੱਧ ਹੋਇਆ। ਸੋ ਇਸ ਤੋਂ ਬਾਅਦ ਸਰਕਾਰ ਨੇ ਬਿਨਾਂ ਕਿਸੇ ਕਾਰਨ ਦੱਸੇ ਫੌਜ ਭੇਜ ਕੇ ਇਸ ਜ਼ਗੀਰ ਤੇ ਕਬਜ਼ਾ ਕਰ ਲਿਆ। ਸਿੱਖਾਂ ਤੇ ਬੜੀਆਂ ਸਖਤੀਆਂ ਕੀਤੀਆਂ ਗਈਆਂ। ਅੱਤ ਦੇ ਕਹਿਰ ਹੋਏ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਤੇ ਕਰੜੀ ਪਾਬੰਦੀ ਲਗਾ ਦਿੱਤੀ ਗਈ। ਬੇਸ਼ੁਮਾਰ ਸ਼ਹੀਦ ਹੋਏ ਤੇ ਜੋ ਬਚੇ ਉਹ ਪਿੰਡਾਂ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਵਸੇ। ਉਸ ਸਮੇਂ ਮੰਡਿਆਲੇ ਪਿੰਡ ਦਾ ਚੌਧਰੀ ਮੱਸਾ ਰੰਗੜ ਅੰਮ੍ਰਿਤਸਰ ਦਾ ਹਾਕਮ ਬਣਾਇਆ ਗਿਆ, ਜੋ ਬੜਾ ਪਾਪੀ, ਕੁਕਰਮੀ ਤੇ ਦੁਸ਼ਟ ਸੀ। ਉਸ ਨੇ ਅੰਮ੍ਰਿਤਸਰ ਵਿੱਚ ਮੰਜਾ ਡਾਲਿਆ ਤੇ ਵੇਸਵਾ ਸੱਦ ਕੇ ਹੁੱਕਾ ਅੰਦਰ ਰੱਖ ਕੇ ਪੀਣਾ ਸ਼ੁਰੂ ਕਰ ਦਿੱਤਾ। ਇਹ ਖਬਰ ਸੁਣ ਕੇ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਭੇਸ ਬਦਲ ਕੇ ਅੰਮ੍ਰਿਤਸਰ ਆ ਕੇ ਮੱਸਾ ਰੰਗੜ ਦਾ ਸਿਰ ਵੱਢ ਕੇ ਲੈ ਗਏ। ਉਸ ਸਮੇਂ ਵੀ ਸਿੰਘਾਂ ਨੇ ਅੰਮ੍ਰਿਤਸਰ ਸਰੋਵਰ ਦਾ ਇਸ਼ਨਾਨ ਕਰਨਾ ਨਾ ਤਿਆਗਿਆ। ਸਨ 1765 ਵਿੱਚ ਜ਼ਕਰੀਆ ਖਾਂ ਦੀ ਮੌਤ ਪਿੱਛੋਂ ਅੰਮ੍ਰਿਤਸਰ ਨੂੰ ਬੜੀ ਪ੍ਰਸਿੱਧੀ ਮਿਲੀ। ਕਈ ਸਾਲ ਤੱਕ ਸਿੱਖ ਅੰਮ੍ਰਿਤਸਰ ਵਿਖੇ ਇਕੱਠੇ ਹੁੰਦੇ ਰਹੇ ਤੇ ਮੁਗਲਾਂ ਤੇ ਅਫਗਾਨਾਂ ਵਿਰੁੱਧ ਕਾਰਵਾਈ ਕਰਨ ਦੀਆਂ ਵਿਉਂਤਾਂ ਬਣਾਉਣ ਲੱਗੇ। ਸਨ 1757 ਵਿੱਚ ਅਫਗਾਨਾਂ ਨੇ ਸ਼ਹਿਰ ਨੂੰ ਲੁੱਟਿਆ ਤੇ ਪਵਿੱਤਰ ਅਸਥਾਨ ਢਾਹ ਦਿੱਤੇ। ਉਸ ਸਮੇਂ ਬਾਬਾ ਦੀਪ ਸਿੰਘ ਨੇ ਹਰਮੰਦਰ ਸਾਹਿਬ ਦੀ ਪਵਿੱਤਰਤਾ ਬਚਾਉਣ ਲਈ ਸੀਸ ਤਲੀ ਤੇ ਰੱਖ ਕੇ ਸ਼ਹੀਦ ਹੋਏ। ਸਨ 1762 ਵਿੱਚ ਵੱਡਾ ਘੱਲੂਘਾਰਾ ਹੋਇਆ, ਜਿਸ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ 30,000 ਸਿੰਘਾਂ ਸਿੰਘੜੀਆਂ ਨੂੰ ਬੱਚਿਆਂ ਸਮੇਤ ਘੇਰ ਕੇ ਕਤਲ ਕਰ ਦਿੱਤਾ। ਅੰਮ੍ਰਿਤਸਰ ਆ ਕੇ ਹਰਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਕੇ ਢਹਿ ਢੇਰੀ ਕਰ ਦਿੱਤਾ ਤੇ ਅੰਮ੍ਰਿਤਸਰ ਸਰੋਵਰ ਨੂੰ ਮਲਬੇ ਨਾਲ ਪੂਰੀ ਤਰ੍ਹਾਂ ਪੂਰ ਦਿੱਤਾ। ਇੰਨੀ ਕਰੜਾਈ ਹੁੰਦਿਆਂ ਵੀ ਸਨ 1763 ਵਿੱਚ ਖਾਲਸੇ ਨੇ ਦੀਵਾਲੀ ਦਾ ਤਿਉਹਾਰ ਅੰਮ੍ਰਿਤਸਰ ਵਿਖੇ ਹੀ ਮਨਾਇਆ। ਸਨ 1764 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਬੁੰਗਾ ਅਕਾਲ ਤਖਤ ਵਿੱਚ ਸਿੰਘਾਂ ਨੂੰ ਘੇਰਾ ਪਾ ਲਿਆ, ਪਰ ਸਰਦਾਰ ਗੁਰਬਖਸ਼ ਸਿੰਘ ਨੇ ਆਪਣੇ ਜਥੇ ਸਮੇਤ ਵਾਰੀ-ਵਾਰੀ ਸ਼ਹੀਦ ਹੋ ਗਏ। ਸਨ 1765 ਵਿੱਚ ਖਾਲਸਾ ਫਿਰ ਜੰਗਲਾਂ ਪਹਾੜਾਂ ਵਿੱਚੋਂ ਮੈਦਾਨ ਵਿੱਚ ਆਇਆ ਤੇ ਵਿਸਾਖੀ ਦੇ ਦਿਨ ਅੰਮ੍ਰਿਤਸਰ ਆਣ ਕੇ ਇਕੱਤਰਤਾ ਹੋਈ। ਅੰਮ੍ਰਿਤਸਰ ਸਾਹਿਬ ਦੀ ਉਸਾਰੀ ਕੀਤੀ ਗਈ। ਪੂਰੇ ਹੋਏ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਨੂੰ ਸਾਫ਼ ਕੀਤਾ ਗਿਆ। ਢੱਠੇ ਗੁਰਦੁਆਰੇ ਠੀਕ ਕਰਵਾਏ ਗਏ। ਅਰਦਾਸੀਏ ਤੇ ਧੂਪੀਏ ਨਿਯਤ ਕੀਤੇ ਗਏ। ਰਾਜ ਮਿਸਤਰੀ ਤੇ ਕਾਰੀਗਰ ਕੰਮ ਕਰਨੀ ਲੱਗ ਪਏ। ਇਸ ਤਰ੍ਹਾਂ ਸਿੰਘਾਂ ਨੇ ਨਿਡਰ ਹੋ ਕੇ ਪੂਰਾ 1 ਮਹੀਨਾ ਦੀਵਾਲੀ ਮਨਾਈ। ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਜਥੇਦਾਰੀ ਹੇਠ ਖਾਲਸੇ ਨੇ ਬੜੀ ਸੂਰਮਗਤੀ ਵਿਖਾਈ। ਮਿਸਲਾਂ ਦੇ ਸਰਦਾਰਾਂ ਨੇ ਚੰਗੀਆਂ ਮੱਲਾਂ ਮਾਰੀਆਂ ਤੇ ਆਪਣੇ ਆਪਣੇ ਇਲਾਕੇ ਵਧਾ ਲਏ। ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਅੰਮ੍ਰਿਤਸਰ ਦੀ ਰੱਖਿਆ ਲਈ ਰਾਮਗੜ੍ਹ ਕਿਲ੍ਹਾ ਤਿਆਰ ਕਰਵਾਇਆ। ਅਕਾਲ ਤਖਤ ਸਾਹਿਬ ਮੁੜ ਕੇ ਉਸਾਰਿਆ ਗਿਆ। ਸੋ ਹਰਿਮੰਦਰ ਸਾਹਿਬ ਦੇ ਦੁਆਲੇ ਬੁੰਗੇ ਉਸਰਨੇ ਵੀ ਸ਼ੁਰੂ ਹੋ ਗਏ, ਜਿਨ੍ਹਾਂ ਸਾਰੇ ਬੁੰਗਿਆਂ ਬਾਰੇ ਆਪਾਂ ਇੱਕ ਅਲੱਗ ਤੋਂ ਵੀਡੀਓ ਵੀ ਬਣਾਈ ਹੋਈ ਆ, ਉਹ ਵੀ ਤੁਸੀਂ ਜ਼ਰੂਰ ਦੇਖਿਓ। ਸ਼ਹਿਰ ਵਿੱਚ ਕਈ ਕਟੜੇ ਤਿਆਰ ਹੋਏ, ਸ਼ਾਨਦਾਰ ਸ਼ਹਿਰ ਬਣ ਗਿਆ। ਸੋ ਹਿੰਦੂ ਅਤੇ ਸਿੱਖ ਅੰਮ੍ਰਿਤਸਰ ਦੇ ਵਸਨੀਕ ਬਣ ਗਏ। ਇਸ ਤਰ੍ਹਾਂ ਖਾਲਸੇ ਨੂੰ ਬੜੇ ਕਸ਼ਟਾਂ ਤੋਂ ਬਾਅਦ ਅੰਮ੍ਰਿਤਸਰ ਦੇ ਖੁੱਲ੍ਹੇ ਦਰਸ਼ਨ ਤੇ ਇਸ਼ਨਾਨ ਕਰਨੇ ਨਸੀਬ ਹੋਏ। ਸਭ ਤੋਂ ਪਹਿਲਾਂ ਤਰਤੀਬਵਾਰ ਸਮਝਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਮ੍ਰਿਤਸਰ ਨੂੰ ਖਾਲਸਾ ਰਾਜ ਵਿੱਚ ਕਿਵੇਂ ਸ਼ਾਮਲ ਕੀਤਾ। ਮਹਾਰਾਜਾ ਰਣਜੀਤ ਸਿੰਘ ਜੀ ਦੇ ਦਿਲ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਨਾਲ ਡੂੰਘਾ ਪਿਆਰ, ਸਤਿਕਾਰ ਤੇ ਅਥਾਹ ਸ਼ਰਧਾ ਸੀ। ਸਨ 1802 ਵਿੱਚ ਜਦੋਂ ਉਹਨਾਂ ਨੇ ਅੰਮ੍ਰਿਤਸਰ ਨੂੰ ਸਿੱਖ ਰਾਜ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ
ਤਾਂ ਸ਼ਹਿਰ ਦੇ ਚੁਗਿਰਦੇ ਤੇ ਮੌਜੂਦ ਥੋੜੇ ਜਿਹੇ ਪਿੰਡਾਂ ਉੱਤੇ ਭੰਗੀ ਮਿਸਲ ਦੀ ਸਰਦਾਰਨੀ ਮਾਈ ਸੁੱਖਾਂ ਦਾ ਰਾਜ ਸੀ। ਮਹਾਰਾਜੇ ਦੀ ਫੌਜ ਆਈ ਵੇਖ ਕੇ ਮਾਈ ਸੁੱਖਾਂ ਨੇ ਸ਼ਹਿਰ ਦੇ ਦਰਵਾਜ਼ੇ ਬੰਦ ਕਰਵਾ ਦਿੱਤੇ ਅਤੇ ਭੰਗੀਆਂ ਵਾਲੀ ਜਮਜਮਾ ਤੋਪ ਸ਼ਹਿਰ ਦੀ ਕੰਧ ਉੱਤੇ ਚੜ੍ਹਾ ਕੇ ਬੀੜ ਦਿੱਤੀ। ਪਰ ਮਹਾਰਾਜਾ ਸਾਹਿਬ ਅੰਮ੍ਰਿਤਸਰ ਦੇ ਨੁਕਸਾਨ ਹੋਣ ਦੇ ਡਰ ਕਾਰਨ ਲੜਨਾ ਨਹੀਂ ਸੀ ਚਾਹੁੰਦੇ। ਉਹਨਾਂ ਨੇ ਸ਼ਹਿਰ ਨੂੰ ਘੇਰਾ ਪਾ ਲਿਆ। ਕਈ ਦਿਨਾਂ ਤੱਕ ਘੇਰਾ ਪਾਈ ਰੱਖਿਆ ਪਰ ਵਾਰ ਕੋਈ ਨਾ ਕੀਤਾ। ਉਸ ਵੇਲੇ ਦਰਬਾਰ ਸਾਹਿਬ ਦੇ ਰਾਖੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਹੰਗ ਅਕਾਲੀ ਫੂਲਾ ਸਿੰਘ ਜੀ ਸਨ। ਉਹਨਾਂ ਨੂੰ ਇਸ ਲੜਾਈ ਦਾ ਪਤਾ ਲੱਗਾ ਤਾਂ ਉਹਨਾਂ ਨੂੰ ਬੜਾ ਦੁੱਖ ਹੋਇਆ ਕਿ ਇਸ ਤਰ੍ਹਾਂ ਤਾਂ ਪੰਥਕ ਸ਼ਕਤੀ ਆਪਸ ਵਿੱਚ ਹੀ ਲੜ ਕੇ ਨਸ਼ਟ ਹੋ ਜਾਏਗੀ। ਅੰਤ ਸੁਲ੍ਹਾ ਸਫਾਈ ਨਾਲ ਸ਼ਹਿਰ ਤੇ ਮਹਾਰਾਜੇ ਦਾ ਕਬਜ਼ਾ ਹੋ ਗਿਆ, ਜਿਸ ਵਿੱਚ ਅਕਾਲੀ ਫੂਲਾ ਸਿੰਘ ਜੀ ਦੀ ਸਿਆਣਪ ਨੇ ਬੜਾ ਵੱਡਾ ਕੰਮ ਕੀਤਾ ਸੀ। ਸ਼ਹਿਰ ਵਿੱਚ ਦਾਖਲ ਹੁੰਦਿਆਂ ਹੀ ਮਹਾਰਾਜਾ ਸਾਹਿਬ ਸਿੱਧੇ ਦਰਬਾਰ ਸਾਹਿਬ ਮੱਥਾ ਟੇਕਣ ਗਏ, ਪ੍ਰਸ਼ਾਦ ਚੜਾਇਆ ਅਤੇ ਗੁਰੂ ਕੇ ਲੰਗਰ ਵਿੱਚ ਮਾਇਆ ਭੇਟ ਕੀਤੀ। ਭਾਵੇਂ ਸਰਕਾਰੇ ਖਾਲਸਾ ਦੀ ਰਾਜਧਾਨੀ ਉਸ ਸਮੇਂ ਲਾਹੌਰ ਸਥਾਪਿਤ ਹੋ ਚੁੱਕੀ ਸੀ, ਪਰ ਮਹਾਰਾਜਾ ਨੇ ਧਾਰਮਿਕ ਤੇ ਆਤਮਿਕ ਤੌਰ ਤੇ ਦੂਜੀ ਰਾਜਧਾਨੀ ਅੰਮ੍ਰਿਤਸਰ ਨੂੰ ਬਣਾਇਆ ਸੀ ਤੇ ਆਪਣਾ ਸਾਰਾ ਧਿਆਨ ਅੰਮ੍ਰਿਤਸਰ ਸ਼ਹਿਰ ਤੇ ਉਸ ਵਿੱਚ ਸਥਾਪਿਤ ਕੀਤੇ ਹੋਏ ਹਰਮੰਦਰ ਸਾਹਿਬ ਦੀ ਸੇਵਾ ਵੱਲ ਕੇਂਦਰਿਤ ਕਰ ਦਿੱਤਾ। ਮਹਾਰਾਜੇ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਗੋਬਿੰਦਗੜ੍ਹ ਨਾਂ ਦਾ ਇੱਕ ਕਿਲ੍ਹਾ ਬਣਵਾਇਆ। ਫਿਰ ਉਸ ਦੇ ਚੁਫੇਰੇ 12 ਦਰਵਾਜ਼ੇ 240 ਬੁਰਜੀਆਂ ਬਣਵਾ ਕੇ ਅਜਿਹੀ ਫਸੀਲ ਤਿਆਰ ਕਰਵਾ ਦਿੱਤੀ ਜਿਸ ਦੀ ਹਰ ਬਾਹੀ 25 ਫੁੱਟ ਚੌੜੀ ਸੀ। ਇਸ ਦੇ ਨਾਲ ਕਈ ਸਾਰੇ ਬਾਗ ਲਗਵਾਏ, ਪਰ ਸਭ ਤੋਂ ਵੱਡੇ ਬਾਗ ਦਾ ਨਾਮ ਉਹਨਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ਰਾਮ ਬਾਗ ਰੱਖਿਆ, ਜਿੱਥੇ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਤੇ ਬਾਅਦ ਮਹਾਰਾਜਾ ਸਾਹਿਬ ਦੀ ਰਿਹਾਇਸ਼ ਹੁੰਦੀ ਸੀ। ਸ਼ਹਿਰ ਦੀ ਰੌਣਕ ਵਧਾਉਣ ਲਈ ਕਈ ਨਵੇਂ ਕਟੜੇ, ਬਾਜ਼ਾਰ ਤੇ ਬੁੰਗੇ ਬਣਵਾਏ ਗਏ। ਧਰਮ ਪ੍ਰਚਾਰ ਲਈ ਡੇਰਿਆਂ, ਧਰਮਸ਼ਾਲਾ ਤੇ ਅਖਾੜਿਆਂ ਨੂੰ ਉਤਸ਼ਾਹ ਦਿੱਤਾ ਗਿਆ। ਵਪਾਰ ਵਿੱਚ ਵੀ ਬਹੁਤ ਵਾਧਾ ਹੋਇਆ। ਇਸ ਤਰ੍ਹਾਂ ਦਿਨੋਂ ਦਿਨ ਨਗਰ ਦੀ ਰੌਣਕ ਵਧਣੀ ਸ਼ੁਰੂ ਹੋ ਗਈ। ਸ਼ੇਰੇ ਪੰਜਾਬ ਜਿਵੇਂ-ਜਿਵੇਂ ਇਲਾਕੇ ਜਿੱਤਦੇ ਗਏ, ਤਿਵੇਂ-ਤਿਵੇਂ ਉਹ ਪਾਵਨ ਨਗਰ ਨੂੰ ਸਜਾਉਣ, ਸਵਾਰਨ ਤੇ ਸ਼ਿੰਗਾਰਨ ਵੱਲ ਵਧੇਰੇ ਧਿਆਨ ਦੇਣ ਲੱਗ ਪਏ। ਮਹਾਰਾਜੇ ਨੇ ਅੰਮ੍ਰਿਤਸਰ ਦੀ ਸ਼ਾਨ ਵਧਾਉਣ ਲਈ ਵਿਸਾਖੀ ਦਾ ਪੁਰਬ ਮਨਾਉਣ ਲਈ ਸ਼ਾਹੀ ਦਰਬਾਰ ਕੰਧ ਦਾ ਪ੍ਰਬੰਧ ਕਰਵਾਇਆ। ਅੰਮ੍ਰਿਤਸਰ ਦੀ ਚੌਗਿਰਦੇ ਵਾਲੀ ਕੰਧ ਨੂੰ ਠੀਕ ਕਰਵਾਇਆ ਗਿਆ। ਰਾਮਬਾਗ ਵਾਲੀ ਥਾਂ ਤੇ ਖੁੱਲ੍ਹਾ ਪੰਡਾਲ ਬਣਵਾਇਆ। ਅੰਮ੍ਰਿਤਸਰ ਵਿੱਚ ਸ਼ੇਰੇ ਪੰਜਾਬ ਦਾ ਪਹਿਲਾ ਸ਼ਾਹੀ ਦਰਬਾਰ ਸੀ, ਜੋ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਹੋਇਆ। ਇਸ ਸਮੇਂ ਹੀ ਪਹਿਲੀ ਵਾਰ ਨਵੀਂ ਵਰਦੀ ਅਤੇ ਨਵੇਂ ਹਥਿਆਰਾਂ ਨਾਲ ਸਿੱਖ ਫੌਜ ਨੇ ਪਰੇਡ ਕੀਤੀ ਸੀ। ਜਵਾਨਾਂ ਦੀਆਂ ਖੇਡਾਂ ਵੇਖ ਕੇ ਫੌਜੀਆਂ ਦੀ ਪਰੇਡ ਤੋਂ ਖੁਸ਼ ਹੋ ਕੇ ਮਹਾਰਾਜਾ ਨੇ ਇਨਾਮ ਤੇ ਅਹੁਦੇ ਵੰਡੇ ਸੀ। ਜੇਕਰ ਤੁਸੀਂ ਸਿੱਖ ਫੌਜ ਦੇ ਬਾਰੇ ਵੀ ਇੱਕ ਅਲੱਗ ਤੋਂ ਵੀਡੀਓ ਦੇਖਣੀ ਚਾਹੁੰਦੇ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਆਪਾਂ ਇਸ ਬਾਰੇ ਵੀ ਵੀਡੀਓ ਬਣਾਵਾਂਗੇ ਕਿ ਸਿੱਖ ਰਾਜ ਦੇ ਸਮੇਂ ਸਿੱਖ ਫੌਜ ਕਿਵੇਂ ਦੀ ਸੀ ਅਤੇ ਉਹਨਾਂ ਦੇ ਕੰਮ ਕਰਨ ਦਾ ਢੰਗ ਤਰੀਕਾ ਕੀ ਸੀ। ਇਸ ਤੋਂ ਬਿਨਾਂ ਵੱਡੇ ਸਰਦਾਰਾਂ ਤੇ ਛੋਟੇ ਰਾਜਿਆਂ ਨੂੰ ਜਗੀਰਾਂ ਦਿੱਤੀਆਂ ਗਈਆਂ। ਉਸ ਸਮੇਂ ਸ਼ਾਹੀ ਦਰਬਾਰ ਵਿੱਚ ਮਹਾਰਾਜੇ ਦੇ ਸਲਾਹਕਾਰ ਵਜ਼ੀਰ ਥਾਂ ਸਿਰ ਬੈਠੇ ਸਨ। ਸਿੱਖ ਰਾਜ ਦੇ ਸਰਦਾਰ, ਪਿੰਡਾਂ ਦੇ ਮੁਖੀਏ, ਮੰਦਰਾਂ ਦੇ ਪਾਂਡੇ, ਮਸੀਤਾਂ ਦੇ ਮੁੱਲਾਂ ਅਤੇ ਗੁਰਦੁਆਰਿਆਂ ਦੇ ਗ੍ਰੰਥੀ ਵੀ ਉੱਥੇ ਹਾਜ਼ਰ ਸਨ। ਮਹਾਰਾਜੇ ਨੇ ਹਰਮੰਦਰ ਸਾਹਿਬ ਨੂੰ ਸੁਨਹਿਰੀ ਬਣਾਉਣ ਲਈ ਭਾਈ ਸੰਤ ਸਿੰਘ ਗਿਆਨੀ ਨੂੰ ਸਨ 1806 ਵਿੱਚ 5 ਲੱਖ ਰੁਪਏ ਦਾ ਸੋਨਾ ਦਿੱਤਾ, ਜਿਸ ਨਾਲ ਦਰਸ਼ਨੀ ਦਰਵਾਜ਼ੇ ਦੀ ਜੋੜੀ ਹਾਥੀ ਦੇ ਦੰਦ ਨਾਲ ਤਿਆਰ ਕਰਵਾਈ ਗਈ। ਦਰਬਾਰ ਸਾਹਿਬ ਦੇ ਉਤਲੇ ਜੰਗਲਿਆਂ ਨੂੰ ਸੁਨਹਿਰੀ ਬਣਵਾਇਆ ਗਿਆ। ਗਿਆਨੀ ਜੀ ਦੀ ਨਿਗਰਾਨੀ ਹੇਠਾਂ ਸਾਰਾ ਕੰਮ ਹੋਇਆ। ਲੱਕੜੀ ਦੇ ਕੰਮ ਲਈ ਚਨਿਓਟ, ਜ਼ਿਲ੍ਹਾ ਗੁਜਰਾਤ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਆ, ਉੱਥੋਂ ਮੰਨੇ ਪਰਮੰਨੇ ਕਾਰੀਗਰ ਤੇ ਪ੍ਰਸਿੱਧ ਮਿਸਤਰੀ ਮੰਗਵਾਏ ਗਏ, ਜਿਨ੍ਹਾਂ ਨੇ ਸੋਨੇ ਦੇ ਪੱਤਰੇ ਤੇ ਵਰਕ ਜੜਤ ਦੇ ਕੰਮ ਨੂੰ ਬੜੀ ਹੁਨਰਮੰਦੀ ਨਾਲ ਕੀਤਾ ਸੀ। ਇਸ ਤੋਂ ਬਿਨਾਂ ਹਰਮੰਦਰ ਸਾਹਿਬ ਦੇ ਅੰਦਰ ਦੀ ਨਕਾਸ਼ੀ ਦਾ ਕੰਮ ਵੀ ਕਰਵਾਇਆ ਗਿਆ। ਪਰ ਮਹਾਰਾਜੇ ਨੂੰ ਮੁਗਲਈ ਤਰੀਕੇ ਦੀ ਨਕਾਸ਼ੀ ਪਸੰਦ ਨਾ ਆਈ। ਉਹਨਾਂ ਨੇ 4 ਸਿੱਖ ਕਲਾਕਾਰ ਮੰਗਵਾਏ ਜੋ ਰਾਮਗੜੀਆ ਮਿਸਰ ਵਿੱਚੋਂ ਸੀ। ਬਾਕੀ ਦੀ ਜੜਤਕਾਰੀ, ਟੁਕੜੀ ਤੇ ਨਿਸ਼ਾਨੀ ਦਾ ਕੰਮ ਉਹਨਾਂ ਨੇ ਕੀਤਾ, ਜਿਸ ਤੇ ਮਹਾਰਾਜਾ ਸਾਹਿਬ ਬੜੇ ਖੁਸ਼ ਹੋਏ ਸੀ। ਗਿਆਨੀ ਸੰਤ ਸਿੰਘ ਜੀ ਪਿੱਛੋਂ ਉਹਨਾਂ ਦੇ ਸਪੁੱਤਰ ਭਾਈ ਗੁਰਮੁਖ ਸਿੰਘ ਨੇ ਸੇਵਾ ਦਾ ਕੰਮ ਸੰਭਿਆ। ਉਹਨਾਂ ਦੇ ਸਮੇਂ ਮਹਾਰਾਜੇ ਨੇ 5.5 ਲੱਖ ਰੁਪਏ ਦਾ ਖਰਚਾ ਕੀਤਾ, ਜਿਸ ਨਾਲ ਹਰਮੰਦਰ ਸਾਹਿਬ ਦੇ ਉੱਪਰਲੇ ਹਿੱਸੇ ਦੇ ਚਾਰੇ ਪਾਸੇ ਕਲਸ਼ ਤੇ ਬਾਹਰਲੀਆਂ ਕੰਧਾਂ ਉੱਤੇ ਸੋਨੇ ਦੇ ਪੱਤਰੇ ਮੜੇ ਗਏ। ਉਸ ਤੋਂ ਪਿੱਛੋਂ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ 10,000 ਤੇ ਮਹਾਰਾਜੇ ਨੇ 21,000 ਰੁਪਏ ਨਾਲ ਸੰਗਮਰਮਰ ਮੰਗਵਾ ਕੇ ਹਰਮੰਦਰ ਸਾਹਿਬ ਦੀ ਸਜਾਵਟ ਵਿੱਚ ਵਾਧਾ ਕੀਤਾ। ਮਹਾਰਾਜਾ ਸਾਹਿਬ ਦੀਆਂ ਰਾਣੀਆਂ, ਸਪੁੱਤਰਾਂ ਅਤੇ ਕਈ ਸਰਦਾਰਾਂ ਨੇ ਵੀ ਸੇਵਾ ਵਿੱਚ ਹਿੱਸਾ ਪਾਇਆ। ਹਰਮੰਦਰ ਸਾਹਿਬ ਦੀ ਸੁਨਹਿਰੀ ਸਜਾਵਟ, ਸੱਜ ਧੱਜ ਕੇ ਚਮਕ ਦਮਕ ਵੇਖ ਕੇ ਵਿਦੇਸ਼ੀ ਦਰਸ਼ਕਾਂ ਤੇ ਯਾਤਰੂਆਂ ਨੇ ਇਸ ਦਾ ਨਾਮ ਗੋਲਡਨ ਟੈਂਪਲ ਰੱਖ ਦਿੱਤਾ, ਜਿਸ ਨੂੰ ਸਵਰਨ ਮੰਦਰ ਵੀ ਕਹਿੰਦੇ ਆ। ਬਾਬਾ ਅਟੱਲ ਸਾਹਿਬ ਦੀ ਇਮਾਰਤ ਦੀ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਉਸਾਰੀ ਵੀ ਮਹਾਰਾਜੇ ਨੇ ਹੀ ਕਰਵਾਈ ਸੀ। ਸਨ 1809 ਵਿੱਚ ਮਹਾਰਾਜੇ ਨੇ ਹਰਮੰਦਰ ਸਾਹਿਬ ਦੀ ਛੱਤ ਉੱਤੇ ਖੜਵੀਆਂ ਇੱਟਾਂ ਲਗਵਾਈਆਂ। ਫਿਰ ਸ਼ੇਰੇ ਪੰਜਾਬ ਤੇ ਉਹਦੀ ਸੱਸ ਸਦਾ ਕੌਰ ਨੇ 6,41,100 ਰੁਪਏ ਹਰਮੰਦਰ ਸਾਹਿਬ ਦੀ ਸਜਾਵਟ ਵਾਸਤੇ ਖਰਚ ਕੀਤੇ। ਇਸ ਤੋਂ ਬਿਨਾਂ ਮਹਾਰਾਜੇ ਨੇ 17,50,000 ਦੀ ਜਗੀਰ ਵੀ ਹਰਮੰਦਰ ਸਾਹਿਬ ਜੀ ਦੇ ਨਾਮ ਲਗਵਾਈ।
ਅੰਗਰੇਜ਼ੀ ਸਰਕਾਰ ਵਿੱਚ ਤੇ ਮਹਾਰਾਜੇ ਵਿੱਚ ਹੋਈ ਅੰਮ੍ਰਿਤਸਰ ਦੀ ਸੰਧੀ ਤੇ ਦਸਤਖਤ ਕੀਤੇ ਗਏ, ਜਿਸ ਅਨੁਸਾਰ ਸਤਲੁਜ ਤੋਂ ਦੱਖਣ ਵੱਲ ਸਾਰੇ ਇਲਾਕੇ ਮਹਾਰਾਜੇ ਨੇ ਪ੍ਰਵਾਨ ਕੀਤੇ। ਇਹ ਸੰਧੀ 1845 ਤੱਕ ਕਾਇਮ ਰਹੀ। ਸਨ 1821 ਵਿੱਚ ਅੰਗਰੇਜ਼ੀ ਮਿਸ਼ਨ ਅੰਮ੍ਰਿਤਸਰ ਆਇਆ। ਮਹਾਰਾਜੇ ਨੇ ਉਹਨਾਂ ਦਾ ਬੜਾ ਸਵਾਗਤ ਕੀਤਾ। ਗਵਰਨਰ ਜਨਰਲ ਵੱਲੋਂ ਮਹਾਰਾਜੇ ਨੂੰ ਕਈ ਸੁਗਾਤਾਂ ਭੇਟ ਕੀਤੀਆਂ ਗਈਆਂ। ਸਨ 1834 ਤੱਕ ਹਰਮੰਦਰ ਸਾਹਿਬ ਦੀਆਂ ਕੰਧਾਂ ਉੱਤੇ ਸੰਗਮਰਮਰ ਵੀ ਲੱਗ ਚੁੱਕਾ ਸੀ। ਸ਼੍ਰੀ ਹਰਮੰਦਰ ਸਾਹਿਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਦਰਵਾਜ਼ੇ ਉੱਤੇ ਸੁਨਹਿਰੀ ਪੱਤਰ ਉੱਤੇ ਉਕਰੀ ਹੋਈ ਲਿਖਤ ਮਹਾਰਾਜੇ ਦੀ ਸੇਵਾ ਦੇ ਨਾਲ ਉਹਨਾਂ ਦੀ ਨਿਮਰਤਾ ਨੂੰ ਵੀ ਦਰਸਾਉਂਦੀ ਹੈ। ਮਹਾਰਾਜੇ ਦੀ ਹਰਮੰਦਰ ਸਾਹਿਬ ਪ੍ਰਤੀ ਸ਼ਰਧਾ ਇਸ ਗੱਲੋਂ ਵੀ ਜ਼ਾਹਰ ਹੁੰਦੀ ਹੈ ਕਿ ਜਦੋਂ ਵੀ ਉਹਨਾਂ ਨੂੰ ਕੀਮਤੀ ਤੋਹਫੇ ਮਿਲੇ, ਉਹਨਾਂ ਨੇ ਕਈ ਕੀਮਤੀ ਸੁਗਾਤਾਂ ਹਰਮੰਦਰ ਸਾਹਿਬ ਵਿਖੇ ਭੇਂਟ ਕਰ ਦਿੱਤੀਆਂ। ਸਨ 1826 ਵਿੱਚ ਹੈਦਰਾਬਾਦ ਦੱਖਣ ਦੇ ਨਵਾਬ ਨੇ ਬਹੁਮੁੱਲੀ ਹੀਰਿਆਂ ਪੰਨਿਆਂ ਨਾਲ ਜੜਤ ਮਖਮਲੀ ਚਾਨਣੀ ਮਹਾਰਾਜੇ ਨੂੰ ਤੋਹਫੇ ਵਜੋਂ ਭੇਜੀ। ਜਿਸ ਵੇਲੇ ਚਾਨਣੀ ਤਾਣੀ ਗਈ ਤਾਂ ਮਹਾਰਾਜੇ ਦਰਸ਼ਨ ਕਰਕੇ ਬੜੇ ਖੁਸ਼ ਹੋਏ। ਉਹਨਾਂ ਨੇ ਉਸੇ ਵੇਲੇ ਹੁਕਮ ਦਿੱਤਾ ਕਿ ਇਹ ਚਾਨਣੀ ਉਤਾਰ ਲਵੋ। ਇਹ ਚਾਨਣੀ ਪਾਤਸ਼ਾਹਾਂ ਦੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਹੀ ਸ਼ੋਭਾ ਦੇਣ ਵਾਲੀ ਹੈ। ਮੈਂ ਇਸ ਹੇਠਾਂ ਬਹਿਣ ਦੇ ਲਾਇਕ ਨਹੀਂ। ਉਸ ਵੇਲੇ ਚਾਨਣੀ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਭੇਜ ਦਿੱਤੀ ਗਈ, ਜੋ ਦੀਵਾਲੀ, ਵਿਸਾਖੀ ਤੇ ਗੁਰਪੁਰਬ ਸਮੇਂ ਹਰਮੰਦਰ ਸਾਹਿਬ ਵਿੱਚ ਲਾਈ ਜਾਂਦੀ ਸੀ ਤੇ ਬਾਅਦ ਵਿੱਚ ਤੋਸ਼ੇਖਾਨੇ ਵਿੱਚ ਰੱਖ ਦਿੱਤੀ ਗਈ। ਸ੍ਰੀ ਦਰਬਾਰ ਸਾਹਿਬ ਦੇ ਅਨਮੋਲ ਖਜ਼ਾਨੇ ਜਾਂ ਜਿਸ ਨੂੰ ਕਿ ਜਲੌ ਕਹਿੰਦੇ ਹਨ, ਇਸ ਬਾਰੇ ਵੀ ਆਪਾਂ ਇੱਕ ਡਿਟੇਲ ਵੀਡੀਓ ਚੈਨਲ ਉੱਪਰ ਪਾਈ ਹੋਈ ਹੈ। ਉਸ ਨੂੰ ਵੀ ਤੁਸੀਂ ਜ਼ਰੂਰ ਦੇਖਿਓ, ਤੁਹਾਡੀ ਜਾਣਕਾਰੀ ਵਿੱਚ ਬਹੁਤ ਵਾਧਾ ਹੋਏਗਾ। ਇਤਿਹਾਸ ਦੱਸਦਾ ਹੈ ਕਿ ਸ਼ੇਰੇ ਪੰਜਾਬ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਤੇ ਆਪ ਪਹਿਲਾਂ ਹਰਮੰਦਰ ਸਾਹਿਬ ਆਏ। ਸ਼੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਜੰਝ ਅਟਾਰੀ ਨੂੰ ਤੁਰ ਪਈ। ਕੰਵਰ ਦੇ ਸਿਰ ਤੇ ਬੰਨਣ ਲਈ ਸੁੱਚੇ ਹੀਰੇ ਮੋਤੀਆਂ ਨਾਲ ਜੜਿਆ ਹੋਇਆ ਇੱਕ ਸੁੰਦਰ ਸਿਹਰਾ ਤਿਆਰ ਕਰਵਾਇਆ ਗਿਆ ਸੀ। ਮਹਾਰਾਜੇ ਨੂੰ ਉਹ ਸਿਹਰਾ ਇੰਨਾ ਚੰਗਾ ਲੱਗਾ ਕਿ ਉਹਨਾਂ ਨੇ ਉਹ ਸਿਹਰਾ ਹਰਮੰਦਰ ਸਾਹਿਬ ਵਿਖੇ ਭੇਜ ਦਿੱਤਾ ਸੀ। ਇੱਕ ਵਾਰ ਮਹਾਰਾਜੇ ਨੇ ਕੀਮਤੀ ਲਾਲਾਂ ਪੰਨਿਆਂ ਨਾਲ ਜੜੀ ਹੋਈ ਕਿਰਪਾਨ ਦਰਬਾਰ ਸਾਹਿਬ ਆ ਕੇ ਭੇਂਟ ਕੀਤੀ ਸੀ। ਜਦੋਂ ਸ਼ੇਰੇ ਪੰਜਾਬ ਦਾ ਝੰਡਾ ਜਮਨਾ ਤੋਂ ਲੈ ਕੇ ਜਮਰੌਦ ਤੱਕ ਝੋਲ ਰਿਹਾ ਸੀ, ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਫੂਲਾ ਸਿੰਘ ਅਕਾਲੀ ਨੇ ਮਹਾਰਾਜੇ ਨੂੰ ਕਿਸੇ ਦੋਸ਼ ਕਾਰਨ ਤਨਖਾਹੀਆ ਕਰਾਰ ਦਿੱਤਾ। ਮਹਾਰਾਜੇ ਨੇ ਜਥੇਦਾਰ ਵੱਲੋਂ ਮਿਲੀ ਸਜ਼ਾ ਪ੍ਰਵਾਨ ਕੀਤੀ ਅਤੇ ਸਿੱਖੀ ਦੀ ਪੁਰਾਤਨ ਮਰਿਆਦਾ ਨੂੰ ਕਾਇਮ ਰੱਖਣ ਵਿੱਚ ਆਪਣੀ ਪੂਰਨ ਸ਼ਰਧਾ ਵਿਖਾਈ। ਇਸ ਤੋਂ ਇਲਾਵਾ ਮਹਾਰਾਜੇ ਨੇ ਸੰਗਲਾਂ ਵਾਲਾ ਅਖਾੜਾ ਤੇ ਬ੍ਰਹਮ ਬੂਟਾ ਅਖਾੜਾ ਨੂੰ ਹਰਮੰਦਰ ਸਾਹਿਬ ਦੀ ਸੇਵਾ ਸੰਭਾਲ ਅਤੇ ਧਰਮ ਪ੍ਰਚਾਰ ਲਈ ਬਹੁਤ ਵੱਡੀਆਂ ਜ਼ਗੀਰਾਂ ਦਿੱਤੀਆਂ ਸੀ। ਦੱਸਦੇ ਹਨ ਕਿ ਉਸ ਸਮੇਂ ਅੰਮ੍ਰਿਤਸਰ ਦੀ ਵਪਾਰ ਦੀ ਮੰਡੀ ਮੁਗਲ ਰਾਜਧਾਨੀ ਨਾਲੋਂ ਵੀ ਅੱਗੇ ਲੰਘ ਗਈ ਸੀ। ਪੰਜਾਬ ਵਿੱਚ ਸਭ ਤੋਂ ਵੱਡਾ ਤੇ ਧਨਾੜ ਸ਼ਹਿਰ ਅੰਮ੍ਰਿਤਸਰ ਮੰਨਿਆ ਜਾਂਦਾ ਸੀ। ਵੱਡੇ ਵੱਡੇ ਵਪਾਰੀਆਂ ਨੇ ਇੱਥੇ ਵਸੋਂ ਕੀਤੀ ਹੋਈ ਸੀ। ਹਰ ਬਾਜ਼ਾਰ ਵਿੱਚ ਵਧੀਆ ਤੋਂ ਵਧੀਆ ਸਮਾਨ ਮਿਲਦਾ ਸੀ ਤੇ ਹਰ ਵੇਲੇ ਰੌਣਕ ਲੱਗੀ ਰਹਿੰਦੀ ਸੀ। ਇਸ ਤੋਂ ਕੁਝ ਸਾਲ ਬਾਅਦ ਮਹਾਰਾਜਾ ਸਾਹਿਬ ਬਿਮਾਰ ਪੈ ਗਏ। ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਅਰੋਗਤਾ ਲਈ ਅਰਦਾਸ ਹੋਈ। ਮਹਾਰਾਜਾ ਸਾਹਿਬ ਰਾਜੀ ਹੋਏ ਤੇ ਦਰਬਾਰ ਸਾਹਿਬ ਵਿੱਚ ਹਾਜ਼ਰ ਹੋ ਕੇ ਸਿਹਤ ਠੀਕ ਹੋਣ ਦੀ ਖੁਸ਼ੀ ਵਿੱਚ 1500 ਰੁਪਏ ਸ੍ਰੀ ਹਰਮੰਦਰ ਸਾਹਿਬ ਅਤੇ 1000 ਰੁਪਏ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਚੜਾਏ। ਸਨ 1838 ਵਿੱਚ ਭਾਰਤ ਦਾ ਗਵਰਨਰ ਜਨਰਲ ਲਾਰਡ ਆਕਲੈਂਡ ਦੀ ਮਹਾਰਾਜੇ ਨਾਲ ਅੰਮ੍ਰਿਤਸਰ ਵਿਖੇ ਮੁਲਾਕਾਤ ਹੋਈ। 8 ਦਿਨ ਗਵਰਨਰ ਜਨਰਲ ਨੂੰ ਰਾਮਬਾਗ ਵਿੱਚ ਕੋਠਾ ਦਸ਼ਹਿਰਾ ਵਿੱਚ ਠਹਿਰਾਇਆ ਗਿਆ। ਗਵਰਨਰ ਜਨਰਲ ਦੇ ਸਵਾਗਤ ਤੇ ਮਾਣ ਸਤਿਕਾਰ ਵਜੋਂ ਖੁਸ਼ੀ ਨਾਲ 3 ਵਾਰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਸਾਰਾ ਸ਼ਹਿਰ ਸਜਾਇਆ ਗਿਆ, ਦੀਪਮਾਲਾ ਤੇ ਆਤਿਸ਼ਬਾਜ਼ੀ ਦਾ ਪ੍ਰਬੰਧ ਕੀਤਾ ਗਿਆ। ਗਵਰਨਰ ਜਨਰਲ ਤੇ ਉਸ ਦੀ ਭੈਣ ਮਿਸ ਐਮਲੀ ਈਡਨ ਨੂੰ ਹਾਥੀ ਤੇ ਬਿਠਾ ਕੇ ਜਲੂਸ ਕੱਢਿਆ ਗਿਆ। ਜਲੂਸ ਕੱਟਣਾ ਖਜ਼ਾਨੇ ਵਿੱਚੋਂ ਸ਼ਹਿਰ ਵਿੱਚ ਦਾਖਲ ਹੋਇਆ ਤੇ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਕਰਮੋ ਡਿਓੜੀ ਪੁੱਜਾ। ਕਰਮੋ ਡਿਓੜੀ ਨੀਵੀਂ ਸੀ, ਇਸ ਲਈ ਇੱਕ ਕੰਧ ਢਾਹ ਕੇ ਗਵਰਨਰ ਜਨਰਲ ਦਾ ਹਾਥੀ ਲੰਘਾਇਆ ਗਿਆ। ਕੁਝ ਦਰਖਤ ਵੀ ਕੱਟਣੇ ਪਏ। ਇਸ ਤਰ੍ਹਾਂ ਜਲੂਸ ਨੂੰ ਦਰਬਾਰ ਸਾਹਿਬ ਤੱਕ ਪਹੁੰਚਾਇਆ ਗਿਆ। ਮਾਰਚ 1839 ਵਿੱਚ ਮਹਾਰਾਜੇ ਨੇ ਆਪਣੀ ਸਿਹਤ ਵਾਸਤੇ ਸ੍ਰੀ ਹਰਮੰਦਰ ਸਾਹਿਬ ਆ ਕੇ ਮੱਥਾ ਟੇਕਿਆ। 750 ਰੁਪਏ ਭੇਟਾ ਚੜਾਏ ਤੇ ਅਰਦਾਸ ਕਰਵਾਈ। 4-5 ਦਿਨਾਂ ਵਿੱਚ ਮਹਾਰਾਜਾ ਸਾਹਿਬ ਜਦ ਠੀਕ ਹੋ ਗਏ ਤਾਂ ਉਹ 2 ਦਿਨ ਹਰਮੰਦਰ ਸਾਹਿਬ ਆ ਕੇ ਡੰਡੋਤ ਕਰਕੇ ਅਰਦਾਸ ਕਰਦੇ ਰਹੇ ਤੇ ਅੰਮ੍ਰਿਤਸਰ ਵਿੱਚ ਹੀ ਟਿਕੇ ਰਹੇ। 10-12 ਦਿਨਾਂ ਬਾਅਦ ਮਹਾਰਾਜਾ ਸਾਹਿਬ ਦਰਬਾਰ ਸਾਹਿਬ ਪਹੁੰਚੇ, ਮੱਥਾ ਟੇਕਿਆ ਤੇ ਕੜਾਹ ਪ੍ਰਸ਼ਾਦ ਕਰਵਾਇਆ ਤੇ 525 ਰੁਪਏ ਭੇਂਟ ਕੀਤੇ। ਇਹ ਮਹਾਰਾਜਾ ਸਾਹਿਬ ਦੀ ਅੰਮ੍ਰਿਤਸਰ ਦੀ ਅੰਤਿਮ ਯਾਤਰਾ ਸੀ। ਮਹਾਰਾਜਾ ਸਾਹਿਬ ਅੰਮ੍ਰਿਤਸਰ ਵਿੱਚ ਰਾਮਬਾਗ ਵਿੱਚ ਠਹਿਰਦੇ ਹੁੰਦੇ ਸੀ। ਆਖਰ ਸਨ 1839 ਨੂੰ 27 ਜੂਨ ਵਾਲੇ ਦਿਨ 59 ਸਾਲ ਦੀ ਸਫਲ ਜੀਵਨ ਯਾਤਰਾ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਦਾ ਲਈ ਪੰਜਾਬ ਨੂੰ ਛੱਡ ਗਏ। ਮਹਾਰਾਜਾ ਰਣਜੀਤ ਸਿੰਘ ਦੇ ਉੱਤਰਾਧਿਕਾਰੀ ਰਾਜਾ ਧਿਆਨ ਸਿੰਘ ਦੀਆਂ ਮੰਦ ਚਾਲਾਂ ਅਤੇ ਅੰਗਰੇਜ਼ ਦੀ ਕੂਟਨੀਤੀ ਨੂੰ ਸਮਝ ਨਾ ਸਕੇ ਤੇ ਆਪਣੀ ਫੁੱਟ ਕਾਰਨ ਆਪਣਾ ਰਾਜ ਖੁਆ ਬੈਠੇ। ਅੰਤ ਸਨ 1849 ਵਿੱਚ ਪੰਜਾਬ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ।
ਆਪਣੇ ਰਾਜ ਦੀਆਂ ਜੜ੍ਹਾਂ ਪੱਕੀਆਂ ਕਰਨ ਲਈ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰਦਿਆਂ ਹੀ ਪੰਜਾਬ ਦੇ ਕੇਂਦਰੀ ਸਥਾਨਾਂ ਤੇ ਖਾਸ ਕਰਕੇ ਮਾਝੇ ਵਿੱਚ ਈਸਾਈ ਮਤ ਦੇ ਅੱਡੇ ਕਾਇਮ ਕਰਨੇ ਸ਼ੁਰੂ ਕਰ ਦਿੱਤੇ, ਜੋ ਕਿ ਅੱਜ ਤੱਕ ਵੀ ਜਾਰੀ ਹਨ ਅਤੇ ਅੱਜ ਕੱਲ੍ਹ ਇਹ ਜ਼ੋਰਦਾਰ ਪ੍ਰਚਾਰ ਕਰਕੇ ਲੋਕਾਂ ਨੂੰ ਈਸਾਈ ਧਰਮ ਵਿੱਚ ਕਨਵਰਟ ਵੀ ਕਰ ਰਹੇ ਹਨ, ਜਿਸ ਬਾਰੇ ਆਪਾਂ ਇੱਕ ਡਿਟੇਲ ਵਿੱਚ ਪੂਰੀ ਵੀਡੀਓ ਵੀ ਬਣਾਈ ਸੀ। ਸੋ ਉਸ ਸਮੇਂ ਉਹਨਾਂ ਦੇ ਜ਼ੋਰਦਾਰ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਮਿਸ਼ਨ ਸਕੂਲ ਅੰਮ੍ਰਿਤਸਰ ਦੇ 4 ਸਿੱਖ ਵਿਦਿਆਰਥੀ ਸਨ 1873 ਈਸਵੀ ਵਿੱਚ ਈਸਾਈ ਬਣਨ ਲਈ ਤਿਆਰ ਹੋ ਗਏ। ਪਰ ਉਸ ਸਮੇਂ ਦੇ ਸਿੱਖ ਮੁਖੀਆਂ ਨੇ ਉਹਨਾਂ ਨੂੰ ਸਮਝਾ ਬੁਝਾ ਕੇ ਈਸਾਈ ਹੋਣੋਂ ਰੋਕਿਆ ਸੀ। ਪਰ ਅੱਜ ਕੱਲ੍ਹ ਇਸ ਧਰਮ ਪਰਿਵਰਤਨ ਨੂੰ ਰੋਕਣ ਵਾਲਾ ਕੋਈ ਵੀ ਮੌਜੂਦ ਨਹੀਂ। ਉਹਨਾਂ ਦਿਨਾਂ ਵਿੱਚ ਇੱਕ ਪੰਡਿਤ ਸ਼ਰਧਾ ਰਾਮ ਫਲੋਰੀ ਨੇ ਗੁਰੂ ਕੇ ਬਾਗ ਅੰਮ੍ਰਿਤਸਰ ਵਿੱਚ ਕਥਾ ਕਰਦਿਆਂ ਗੁਰੂ ਸਾਹਿਬ ਦੀ ਸ਼ਾਨ ਵਿਰੁੱਧ ਕੁਝ ਅਯੋਗ ਬਚਨ ਕਹੇ। ਸਿੱਖ ਦੁਖੀ ਹੋ ਕੇ ਭੜਕ ਉੱਠੇ। ਉਹਨਾਂ ਨੇ ਸਿੱਖੀ ਵਿਰਸੇ ਦੇ ਸੰਭਾਲ ਲਈ ਅੰਮ੍ਰਿਤਸਰ ਵਿੱਚ ਸਰਦਾਰ ਠਾਕਰ ਸਿੰਘ ਸੰਧਾਵਾਲੀਏ ਦੀ ਪ੍ਰਧਾਨਗੀ ਹੇਠ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੀ ਸਥਾਪਨਾ ਕੀਤੀ। ਉਸ ਸਭਾ ਨੇ ਸਿੱਖਾਂ ਵਿੱਚੋਂ ਕੁਰੀਤੀਆਂ ਦੂਰ ਕੀਤੀਆਂ ਅਤੇ ਧਾਰਮਿਕ ਜਾਗਰਤੀ ਪੈਦਾ ਕੀਤੀ। ਸਨ 1880 ਵਿੱਚ ਖਾਲਸਾ ਦੀਵਾਨ ਦੀ ਸਥਾਪਨਾ ਹੋਈ, ਪਰ ਆਪਸੀ ਮਤਭੇਦ ਕਾਰਨ ਬਹੁਤੀ ਸਫਲਤਾ ਨਾ ਹੋ ਸਕੀ। ਅੰਤ ਵਿਦਿਅਕ ਉੱਨਤੀ ਦੇ ਚਾਹਵਾਨਾਂ ਨੇ ਸਨ 1892 ਵਿੱਚ ਖਾਲਸਾ ਕਾਲਜ ਦੀ ਲੋੜ ਮਹਿਸੂਸ ਕੀਤੀ ਅਤੇ ਸਨ 1893 ਵਿੱਚ ਅੰਮ੍ਰਿਤਸਰ ਵਿੱਚ ਖਾਲਸਾ ਕਾਲਜ ਦੀ ਨੀਂਹ ਰੱਖ ਦਿੱਤੀ। ਸਨ 1902 ਵਿੱਚ ਅੰਮ੍ਰਿਤਸਰ ਦੇ 94 ਸਿੱਖਾਂ ਨੇ ਇਕੱਤਰਤਾ ਕਰਕੇ ਚੀਫ ਖਾਲਸਾ ਦੀਵਾਨ ਦੀ ਸੰਸਥਾ ਕਾਇਮ ਕੀਤੀ, ਜਿਸ ਨੇ ਵਿਦਿਅਕ ਉੱਨਤੀ ਲਈ ਕਾਨਫਰੰਸਾਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ। ਸੋ ਇਸੇ ਤਰ੍ਹਾਂ ਸਨ 1904 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਮਹਾਨ ਇਮਾਰਤ ਤਿਆਰ ਕੀਤੀ ਗਈ। ਸੋ ਜੇਕਰ ਤੁਸੀਂ ਖਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ ਬਾਰੇ, ਇਹ ਵੀ ਇਹ ਕਿਵੇਂ ਬਣਾਈ ਗਈ ਅਤੇ ਕਿਸ ਨੇ ਬਣਾਈ, ਇਸ ਬਾਰੇ ਵੀ ਜੇਕਰ ਤੁਸੀਂ ਜਾਣਨਾ ਚਾਹੁੰਦੇ ਆ ਤਾਂ ਕਮੈਂਟ ਕਰਕੇ ਦੱਸਿਓ, ਆਪਾਂ ਇਸ ਬਾਰੇ ਇੱਕ ਅਲੱਗ ਤੋਂ ਵੀਡੀਓ ਬਣਾ ਦੇਵਾਂਗੇ। ਸਨ 1905 ਵਿੱਚ ਖਾਲਸਾ ਗਰਲਜ਼ ਸਕੂਲ ਖੋਲ੍ਹਿਆ ਗਿਆ। ਇਸ ਤਰ੍ਹਾਂ ਇੱਕ ਪਾਸੇ ਤਾਂ ਸਿੱਖ ਧਰਮ ਦਾ ਪ੍ਰਚਾਰ ਹੁੰਦਾ ਰਿਹਾ, ਪਰ ਦੂਸਰੇ ਪਾਸੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਨਨਕਾਣਾ ਸਾਹਿਬ ਤੇ ਪੰਜਾਬ ਦੇ ਹੋਰ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਵਿੱਚ ਆ ਗਏ। ਉਹ ਗੁਰਮਤਿ ਤੋਂ ਕੋਹਾਂ ਦੂਰ ਸਨ ਅਤੇ ਬੜੇ ਐਸ਼ਪ੍ਰਸਤ ਸਨ। ਉਹਨਾਂ ਨੇ ਗੁਰੂ ਘਰ ਨੂੰ ਆਪਣੀ ਨਿੱਜੀ ਜਾਇਦਾਦ ਸਮਝ ਛੱਡਿਆ ਸੀ। ਅੰਗਰੇਜ਼ੀ ਰਾਜ ਹੋਣ ਕਰਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਬੰਧ ਸਰਕਾਰੀ ਸਰਬਰਾਹ ਦੇ ਹੱਥਾਂ ਵਿੱਚ ਸੀ। ਸਨ 1919 ਦੀ ਵਿਸਾਖੀ ਤੇ ਜਲਿਆਂਵਾਲੇ ਬਾਗ ਅੰਮ੍ਰਿਤਸਰ ਵਿੱਚ ਜਨਰਲ ਡਾਇਰ ਨੇ 6000 ਦੇ ਇਕੱਠ ਉੱਤੇ 1050 ਗੋਲੀਆਂ ਚਲਵਾਈਆਂ। ਸਾਰੇ ਭਾਰਤ, ਖਾਸ ਕਰਕੇ ਪੰਜਾਬ ਵਿੱਚ ਰੋਸ ਮਨਾਇਆ ਜਾ ਰਿਹਾ ਸੀ, ਪਰ ਅਕਾਲ ਤਖਤ ਦੇ ਸਰਬਰਾਹੇ ਨੇ ਸਰ ਮਾਈਕਲ ਔਡਵਾਇਰ ਨੂੰ ਸਰੋਪਾ ਦੇ ਕੇ ਸਨਮਾਨਿਆ, ਜਿਸ ਕਰਕੇ ਸਿੱਖ ਮੁਖੀਆਂ ਨੂੰ ਬੜਾ ਦੁੱਖ ਹੋਇਆ। ਸਨ 1920 ਵਿੱਚ ਦੇਸ਼ ਦੀ ਆਜ਼ਾਦੀ ਦੀ ਲਹਿਰ ਤੇਜ਼ ਹੋਣ ਕਾਰਨ ਪੰਥ ਵਿੱਚ ਗੁਰਦੁਆਰਾ ਪ੍ਰਬੰਧ ਭਾਵ ਅਕਾਲੀ ਲਹਿਰ ਨੇ ਵੀ ਜ਼ੋਰ ਫੜ ਲਿਆ। ਸੋ ਉਸ ਸਮੇਂ ਸਿੱਖ ਮੁਖੀਆਂ ਨੇ ਪ੍ਰਕਰਮਾਂ ਵਿੱਚ ਥਾਂ-ਥਾਂ ਤੇ ਰੱਖੀਆਂ ਹੋਈਆਂ ਹਿੰਦੂ ਧਰਮ ਦੀਆਂ ਮੂਰਤੀਆਂ ਨੂੰ ਪ੍ਰਕਰਮਾਂ ਵਿੱਚੋਂ ਬੜੇ ਜ਼ੋਰ ਨਾਲ ਬਾਹਰ ਕੱਢਿਆ। ਉਹਨਾਂ ਦਿਨਾਂ ਵਿੱਚ ਹੀ ਸ਼੍ਰੀ ਪ੍ਰੀਤਮ ਦਾਸ ਤੇ ਸ਼੍ਰੀ ਸੰਤੋਖ ਦਾਸ ਉਦਾਸੀਆਂ ਨੇ ਬਾਰੀ ਦੁਆਬ ਨਹਿਰ ਵਿੱਚੋਂ ਪਾਣੀ ਹੰਸਲੀ ਰਾਹੀਂ ਅੰਮ੍ਰਿਤਸਰ ਸਰੋਵਰ ਵਿੱਚ ਲਿਆਉਣ ਦਾ ਵੀ ਪ੍ਰਬੰਧ ਕੀਤਾ। ਉਹਨਾਂ ਦਿਨਾਂ ਦੀ ਹੀ ਇੱਕ ਗੱਲ ਹੈ ਕਿ ਉਦੋਂ ਹੀ ਕੁਝ ਅਖੌਤੀ ਅਛੂਤ ਜਾਤਾਂ ਦੇ ਲੋਕ ਸਿੰਘ ਸਜੇ ਸਨ, ਪਰ ਉਹਨਾਂ ਦਾ ਹਰਮੰਦਰ ਸਾਹਿਬ ਵਾਸਤੇ ਲਿਆਂਦਾ ਕੜਾਹ ਪ੍ਰਸ਼ਾਦ ਉਸ ਸਮੇਂ ਦੇ ਮਹੰਤ ਪੁਜਾਰੀਆਂ ਵੱਲੋਂ ਪ੍ਰਵਾਨ ਨਹੀਂ ਸੀ ਕੀਤਾ ਜਾਂਦਾ। ਉਹ ਅੜੇ ਹੋਏ ਸਨ, ਪਰ ਸਿੰਘ ਸਭਾ ਦੀਵਾਨ ਦੇ ਮੁਖੀਆਂ ਅਤੇ ਸਿੰਘ ਸਭੀਆਂ ਨੇ ਜ਼ੋਰ ਪਾ ਕੇ ਉਹਨਾਂ ਦੀ ਅੜੀ ਭੰਨ ਦਿੱਤੀ। ਉਦੋਂ ਕੜਾਹ ਪ੍ਰਸ਼ਾਦ ਨੂੰ ਲੈ ਕੇ ਉਹ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਗਏ ਤਾਂ ਪੁਜਾਰੀ ਅਕਾਲ ਤਖਤ ਛੱਡ ਕੇ ਨੱਸ ਗਏ। ਸਿੰਘਾਂ ਨੇ ਅਕਾਲ ਤਖਤ ਤੇ ਕਬਜ਼ਾ ਕਰ ਲਿਆ ਅਤੇ 25 ਸਿੰਘਾਂ ਦੇ ਜਥੇ ਨੂੰ ਗਿਆਨੀ ਕਰਤਾਰ ਸਿੰਘ ਝੱਬਰ ਦੀ ਜਥੇਦਾਰੀ ਹੇਠ ਅਕਾਲ ਤਖਤ ਸਾਹਿਬ ਦੀ ਸੇਵਾ ਲਈ ਨਿਯਤ ਕਰ ਦਿੱਤਾ ਗਿਆ। ਸੋ ਪੁਜਾਰੀਆਂ ਨੇ ਆਪਣੀ ਗੱਦੀ ਖੁਸ਼ੀ ਵੇਖ ਕੇ ਬੁੱਢਾ ਦਲ ਦੇ ਨਿਹੰਗ ਸਿੰਘਾਂ ਨੂੰ ਚੁੱਕਿਆ। ਬੁੱਢਾ ਦਲ ਅੰਮ੍ਰਿਤਸਰ ਪਹੁੰਚ ਗਿਆ। ਕੁਝ ਰੌਲਾ ਰੱਪਾ ਜਿਹਾ ਪਿਆ, ਪਰ ਸਰਦਾਰ ਕੇਹਰ ਸਿੰਘ ਪੱਟੀ ਦੀ ਸਿਆਣਪ ਨਾਲ ਨਿਹੰਗ ਸਿੰਘ ਮੰਨ ਗਏ। ਇਸ ਤਰ੍ਹਾਂ ਸਨ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਬੰਧ ਲਈ ਹੋਂਦ ਵਿੱਚ ਆਈ। ਨਾਲ ਹੀ ਇੱਕ ਵੱਖਰੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੀ ਕਾਇਮ ਹੋਈ। ਸ਼੍ਰੋਮਣੀ ਕਮੇਟੀ ਦੇ ਫੈਸਲੇ ਅਨੁਸਾਰ ਸ਼੍ਰੀ ਦਰਬਾਰ ਸਾਹਿਬ ਅਤੇ ਤੋਸ਼ੇਖਾਨੇ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਖੜਕ ਸਿੰਘ ਜੀ ਪਾਸ ਰਹਿਣੀਆਂ ਚਾਹੀਦੀਆਂ, ਪਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਹਨਾਂ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਸੀ। ਸਿੱਖਾਂ ਨੂੰ ਇਸ ਗੱਲ ਦਾ ਬੜਾ ਗੁੱਸਾ ਸੀ। ਉਹਨਾਂ ਨੇ ਸਰਕਾਰ ਵਿਰੁੱਧ ਮੋਰਚਾ ਲਾ ਦਿੱਤਾ। ਕੁਝ ਦਿਨਾਂ ਬਾਅਦ ਹੀ ਸਰਕਾਰ ਝੁਕ ਗਈ ਤੇ ਚਾਬੀਆਂ ਦਾ ਮੋਰਚਾ ਫਤਿਹ ਹੋ ਗਿਆ। ਸਨ 1921 ਵਿੱਚ ਸਰਕਾਰ ਨੇ ਸਿੱਖਾਂ ਤੇ ਸਖਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੁਰਦੁਆਰਾ ਸੁਧਾਰ ਲਹਿਰ ਨੇ ਗੁਰਦੁਆਰੇ ਮਹੰਤਾਂ ਦੇ ਕਬਜ਼ੇ 'ਚੋਂ ਆਜ਼ਾਦ ਕਰਵਾਉਣ ਲਈ ਬੜੀਆਂ ਕੁਰਬਾਨੀਆਂ ਕੀਤੀਆਂ। ਅੰਮ੍ਰਿਤਸਰ ਸਿੱਖ ਧਰਮ ਦਾ ਕੇਂਦਰ ਹੋਣ ਤੋਂ ਬਿਨਾਂ ਸਿਆਸੀ ਸਰਗਰਮੀਆਂ ਦਾ ਵੀ ਮਹੱਤਵਪੂਰਨ ਕੇਂਦਰ ਰਿਹਾ ਹੈ।
ਸੰਨ 1925 ਵਿੱਚ ਰਾਸ ਬਿਹਾਰੀ ਬੋਸ ਅੰਮ੍ਰਿਤਸਰ ਵਿੱਚ ਆਪਣੇ ਸਾਥੀਆਂ ਵਿਸ਼ਨੂੰ ਗੋਪਾਲ ਪਿੰਗਲੇ ਅਤੇ ਸਚਿਨ ਸਨਿਆਲ ਨੂੰ ਜ਼ਰੂਰੀ ਹਦਾਇਤਾਂ ਦੇਣ ਲਈ ਆਇਆ ਸੀ। ਉਹਨਾਂ ਨਾਲ ਸੰਪਰਕ ਰੱਖਣ ਵਾਲਾ ਕਰਤਾਰ ਸਿੰਘ ਸਰਾਭਾ ਸੀ। ਸਰਦਾਰ ਭਗਤ ਸਿੰਘ ਨੇ ਅੰਮ੍ਰਿਤਸਰ ਚਾਟੀਵਿੰਡ ਦਰਵਾਜ਼ੇ ਦੇ ਅੰਦਰ ਸਰਵਰਾਜ ਆਸ਼ਰਮ ਵਿੱਚ ਕ੍ਰਾਂਤੀਕਾਰੀ ਸਰਗਰਮੀ ਦੀ ਸਿੱਖਿਆ ਪ੍ਰਾਪਤ ਕੀਤੀ ਸੀ। ਸੰਨ 1919 ਵਿੱਚ ਅੰਮ੍ਰਿਤਸਰ ਵਿੱਚ ਜਲਿਆਂਵਾਲੇ ਬਾਗ ਦਾ ਖੂਨੀ ਸਾਕਾ ਹੋਇਆ ਸੀ, ਜਿਸ ਨੇ ਆਜ਼ਾਦੀ ਦੀ ਲਹਿਰ ਨੂੰ ਨਵਾਂ ਉਤਸ਼ਾਹ ਦਿੱਤਾ ਸੀ। ਉਸ ਸਾਲ ਦੇ ਅੰਤ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਸਾਲਾਨਾ ਇਜਲਾਸ ਗੋਲ ਬਾਗ ਅੰਮ੍ਰਿਤਸਰ ਵਿਖੇ ਹੋਇਆ ਸੀ, ਜਿਸ ਵਿੱਚ ਮਹਾਤਮਾ ਗਾਂਧੀ ਵੀ ਮੁੱਖੀ ਤੌਰ ਤੇ ਇੱਥੇ ਆਏ ਸਨ। ਸੰਨ 1922 ਵਿੱਚ ਗੁਰੂ ਕੇ ਬਾਗ ਦਾ ਮੋਰਚਾ ਲੱਗਾ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇ ਤੁਰਦੇ ਅਤੇ ਕੁਰਬਾਨੀਆਂ ਕਰਦੇ। ਸੰਨ 1923 ਵਿੱਚ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦਿੱਤਾ ਗਿਆ। ਸੰਨ 1924 ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਗ੍ਰਿਫਤਾਰ ਕਰ ਲਏ ਗਏ ਅਤੇ ਅੰਤ ਗੁਰਦੁਆਰਾ ਐਕਟ ਬਣਨ ਨਾਲ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ਵਿੱਚ ਆ ਗਿਆ। ਸੰਨ 1925 ਵਿੱਚ ਅੰਮ੍ਰਿਤਸਰ ਵਿੱਚ ਦੇਸ਼ ਆਜ਼ਾਦੀ ਦੇ ਪਰਵਾਨਿਆਂ ਨੇ ਨੌਜਵਾਨ ਭਾਰਤ ਸਭਾ ਦੀ ਬ੍ਰਾਂਚ ਖੋਲ੍ਹ ਦਿੱਤੀ। ਸੰਨ 1926 ਵਿੱਚ ਜੇਲ੍ਹ ਵਿੱਚ ਸ਼ਹੀਦ ਹੋਏ ਅਕਾਲੀ ਨੇਤਾ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਨਾਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਦਫ਼ਤਰ ਉੱਪਰਲੇ ਹਾਲ ਦਾ ਨਾਮ ਤੇਜਾ ਸਿੰਘ ਸਮੁੰਦਰੀ ਹਾਲ ਰੱਖਿਆ। ਉਸੇ ਸਾਲ ਦੇ ਅੰਤ ਤੇ ਗੁਰੂ ਰਾਮਦਾਸ ਲਾਇਬ੍ਰੇਰੀ ਕਾਇਮ ਕੀਤੀ ਗਈ। ਸੰਨ 1927 ਵਿੱਚ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇ ਦਿੱਤੀ। ਇਸ ਤਰ੍ਹਾਂ ਭਾਰਤ ਦੀ ਆਜ਼ਾਦੀ ਮਿਲਣ ਤੱਕ ਅਕਾਲੀ ਸਿਆਸਤ ਵਿੱਚ ਸਭ ਤੋਂ ਵੱਧ ਕੇ ਅਸਰਦਾਰ ਪਾਰਟੀ ਬਣੀ ਰਹੀ। ਸੰਨ 1931 ਵਿੱਚ ਗੁਰੂ ਰਾਮਦਾਸ ਨਿਵਾਸ ਦੀ ਨੀਂਹ ਰੱਖੀ ਗਈ ਅਤੇ ਸੰਨ 1934 ਵਿੱਚ ਗੁਰੂ ਰਾਮਦਾਸ ਸਕੂਲ ਖੋਲ੍ਹਿਆ ਗਿਆ। ਸੰਨ 1943-44 ਵਿੱਚ ਪ੍ਰਕਰਮਾ ਵਧਾਉਣ ਦੀ ਸਕੀਮ ਅਨੁਸਾਰ ਅੰਗਰੇਜ਼ੀ ਰਾਜ ਦੀ ਇਜਾਜ਼ਤ ਲੈ ਕੇ ਸਰਕਾਰੀ ਇਮਾਰਤ ਘੰਟਾ ਘਰ ਢਾਹ ਦਿੱਤੀ ਗਈ, ਜਿਸ ਨੂੰ ਕਿ ਕੁਝ ਲੋਕ ਅੰਗਰੇਜ਼ਾਂ ਵੱਲੋਂ ਬਣਾਈ ਗਈ ਚਰਚ ਵੀ ਕਹਿੰਦੇ ਆ, ਪਰ ਇਹ ਚਰਚ ਨਹੀਂ ਸੀ, ਇਹ ਇੱਕ ਘੰਟਾ ਘਰ ਹੀ ਸੀ, ਜਿਸ ਬਾਰੇ ਆਪਾਂ ਪੂਰੀ ਡਿਟੇਲ ਵਿੱਚ ਗੱਲ ਕੀਤੀ ਹੋਈ ਆ। ਉਹ ਡਿਟੇਲ ਦੇਖਣ ਵਾਸਤੇ ਤੁਸੀਂ ਬੁੰਗਿਆਂ ਵਾਲੀ ਵੀਡੀਓ ਦੇਖ ਸਕਦੇ ਹੋ, ਉਸ ਵਿੱਚ ਆਪਾਂ ਪੂਰੀ ਡਿਟੇਲ ਵਿੱਚ ਇਸ ਬਾਰੇ ਦੱਸਿਆ ਹੋਇਆ। ਸੋ ਪ੍ਰਕਰਮਾ ਦੇ ਚਾਰੇ ਪਾਸੇ 4 ਡਿਉੜੀਆਂ ਤੇ ਉਹਨਾਂ ਵਿੱਚ 4-4 ਕਲੌਕ ਵੱਡੀਆਂ ਘੜੀਆਂ ਲਗਾਉਣ ਦੀ ਵਿਉਂਤ ਦਾ ਨਕਸ਼ਾ ਤਿਆਰ ਕੀਤਾ ਗਿਆ। ਸੋ ਇਹ ਸੀ ਅੰਗਰੇਜ਼ੀ ਰਾਜ ਦੇ ਦੌਰਾਨ ਅੰਮ੍ਰਿਤਸਰ ਦਾ ਇਤਿਹਾਸ। ਸੰਨ 1947 ਵਿੱਚ ਭਾਰਤ 2 ਹਿੱਸਿਆਂ ਵਿੱਚ ਵੰਡਿਆ ਗਿਆ। ਪਾਕਿਸਤਾਨ ਦੀ ਸਰਹੱਦ ਅੰਮ੍ਰਿਤਸਰ ਦੇ ਨੇੜੇ ਹੋਣ ਕਾਰਨ ਹਿੰਦੂ ਤੇ ਸਿੱਖ ਪਾਕਿਸਤਾਨ ਤੋਂ ਪਹਿਲਾਂ ਅੰਮ੍ਰਿਤਸਰ ਹੀ ਆਉਂਦੇ ਰਹੇ ਅਤੇ ਆਮ ਕਰਕੇ ਦਰਬਾਰ ਸਾਹਿਬ ਵਿਖੇ ਜ਼ਰੂਰ ਆਉਂਦੇ ਸਨ, ਕਿਉਂਕਿ ਇੱਥੇ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਵੀ ਸਭ ਨੂੰ ਮਿਲਦੀ ਸੀ। ਨਨਕਾਣਾ ਸਾਹਿਬ, ਡੇਰਾ ਸਾਹਿਬ ਅਤੇ ਪੰਜਾ ਸਾਹਿਬ ਦੇ ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਜਾਣ ਕਾਰਨ ਪਾਕਿਸਤਾਨ ਨੂੰ ਆਏ ਸਿੱਖਾਂ ਤੇ ਹਿੰਦੂਆਂ ਦੀ ਸ਼ਰਧਾ ਵੀ ਸ਼੍ਰੀ ਦਰਬਾਰ ਸਾਹਿਬ ਵੱਲ ਹੀ ਆਕਰਸ਼ਿਤ ਹੋਣੀ ਸ਼ੁਰੂ ਹੋ ਗਈ। ਆਜ਼ਾਦੀ ਤੋਂ ਪਹਿਲਾਂ ਕਾਂਗਰਸ ਅਤੇ ਆਰੀਆ ਸਮਾਜੀ ਹਿੰਦੂ ਮੁਸਲਿਮ ਲੀਗ ਤੋਂ ਬੜੇ ਪਰੇਸ਼ਾਨ ਹੋ ਚੁੱਕੇ ਸਨ, ਇਸ ਲਈ ਉਹਨਾਂ ਨੇ ਸਿੱਖਾਂ ਨੂੰ ਬਹਾਦਰ ਤੇ ਸੱਚੇ ਦੇਸ਼ ਭਗਤ ਜਾਣ ਕੇ ਉਹਨਾਂ ਦੀ ਧਾਰਮਿਕ ਤੇ ਰਾਜਨੀਤਿਕ ਰੱਖਿਆ ਲਈ ਸਮੇਂ-ਸਮੇਂ ਤੇ ਬਚਨ ਦਿੱਤੇ, ਪਰ ਰਾਜ ਸੱਤਾ ਹੱਥ ਵਿੱਚ ਆਉਂਦਿਆਂ ਹੀ ਆਪਣੇ ਸਾਰੇ ਬਚਨ ਇਹ ਭੁੱਲ ਗਏ ਅਤੇ ਸਿੱਖਾਂ ਨੂੰ ਘਿਰਣਾ ਤੇ ਨਫ਼ਰਤ ਦੀ ਨਜ਼ਰ ਨਾਲ ਵੇਖਣ ਲੱਗ ਪਏ। ਇਸੇ ਭੈੜੀ ਨੀਤੀ ਤੋਂ ਫਿਰਕਾ ਪ੍ਰਸਤੀ ਦੀ ਤਸਵੀਰ ਉਸੇ ਵੇਲੇ ਸਾਹਮਣੇ ਆਈ ਜਦੋਂ 14 ਅਪ੍ਰੈਲ 1959 ਨੂੰ ਸੀਸ ਭੇਟ ਮਹੱਲੇ ਦੇ ਧਾਰਮਿਕ ਜਲੂਸ ਉੱਤੇ ਅੰਮ੍ਰਿਤਸਰ ਵਿਖੇ ਕੋਠਿਆਂ ਦੀਆਂ ਛੱਤਾਂ ਤੋਂ ਇੱਟਾਂ ਪੱਥਰਾਂ ਦੀ ਬਰਸਾਤ ਸ਼ੁਰੂ ਹੋ ਗਈ। ਇਸ ਤਰ੍ਹਾਂ ਸਿੱਖਾਂ ਦੇ ਸਬਰ ਦਾ ਪਿਆਲਾ ਉਛਲ ਗਿਆ। ਉਹਨਾਂ ਦਿਨਾਂ ਵਿੱਚ ਭਾਰਤ ਦੀ ਬੋਲੀ ਦੇ ਆਧਾਰ ਤੇ ਪ੍ਰਾਂਤਾਂ ਦੀ ਵੰਡ ਹੋ ਰਹੀ ਸੀ, ਪਰ ਪੰਜਾਬ ਨੂੰ ਬੋਲੀ ਦੇ ਆਧਾਰ ਤੇ ਵੰਡਣੋਂ ਸਰਕਾਰ ਇਨਕਾਰੀ ਸੀ। ਸਿੱਖਾਂ ਨੇ ਬੋਲੀ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਮੰਗ ਪੇਸ਼ ਕੀਤੀ, ਜੋ ਪ੍ਰਵਾਨ ਨਾ ਹੋਈ। ਸਿੱਖ ਨੇਤਾਵਾਂ ਵੱਲੋਂ ਮੋਰਚਾ ਲਾ ਦਿੱਤਾ ਗਿਆ ਅਤੇ ਪੰਜਾਬੀ ਸੂਬਾ ਦਿਵਸ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ। ਇਸ ਤਰ੍ਹਾਂ ਸਰਕਾਰ ਵੱਲੋਂ ਸਿੱਖ ਨੇਤਾਵਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰੇ ਅਕਾਲੀ ਮੁਖੀਆਂ ਦੇ ਅਸਲੇ ਲਾਇਸੈਂਸ ਰੱਦ ਕਰਕੇ ਅਸਲਾ ਜ਼ਬਤ ਕਰ ਲਿਆ। ਮੁਗਲ ਰਾਜ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਪੁਲਿਸ ਪ੍ਰਕਰਮਾਂ ਵਿੱਚ ਤੇ ਦੀਵਾਨ ਅਸਥਾਨ ਤੇ ਭੇਜੀ ਗਈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਅਛਰ ਸਿੰਘ ਜੀ ਅਤੇ ਦਰਬਾਰ ਸਾਹਿਬ ਕਮੇਟੀ ਦੇ ਮੈਨੇਜਰ ਗਿਆਨੀ ਗੁਰਦਿਆਲ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਗਿਆਨੀ ਹਰਭਜਨ ਸਿੰਘ ਤੇ ਗਿਆਨੀ ਤੇਜਾ ਸਿੰਘ ਬਿਨਾਂ ਵਾਰੰਟ ਦੇ ਫੜ ਲਏ ਗਏ। ਦਫਾ 144 ਲੱਗ ਗਈ ਅਤੇ ਮੰਜੀ ਸਾਹਿਬ ਦੀਵਾਨ ਲਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਸੰਗਤਾਂ ਮੰਜੀ ਸਾਹਿਬ ਦੇ ਦੀਵਾਨ ਵਿੱਚ ਧੁੱਪੇ ਹੀ ਬੈਠੀਆਂ ਰਹੀਆਂ। ਆਖਰ ਪੁਲਿਸ ਨੇ ਮੰਜੀ ਸਾਹਿਬ ਤੇ ਹੱਲਾ ਬੋਲ ਦਿੱਤਾ। ਪੁਲਿਸ ਦਰਬਾਰ ਸਾਹਿਬ ਵੱਲ ਵਧੀ ਤਾਂ ਸਿੰਘਾਂ ਸਿੰਘਣੀਆਂ ਨੇ ਰੋਕ ਲਿਆ, ਪਰ ਪੁਲਿਸ ਨੇ ਅੱਗੇ ਵਧ ਕੇ ਡਾਂਗਾ, ਟੀਅਰ ਗੈਸ ਦੀ ਵਰਤੋਂ ਕੀਤੀ। ਪੁਲਿਸ ਨੇ ਸੰਗਤਾਂ ਨੂੰ ਦਰਬਾਰ ਸਾਹਿਬ ਵੱਲੋਂ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ। ਸੰਗਤਾਂ ਪ੍ਰਕਰਮਾਂ ਵਿੱਚ ਹੋ ਕੇ ਫਿਰ ਡਟ ਗਈਆਂ। ਮੁੱਖ ਮੰਤਰੀ ਪੰਜਾਬ ਸ਼੍ਰੀ ਭੀਮ ਸੈਨ ਸੱਚਰ ਵੱਲੋਂ ਭੇਜੇ ਗਏ ਅਸ਼ਵਨੀ ਕੁਮਾਰ ਨੇ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਸਤਿਕਾਰ ਦੀ ਪਰਵਾਹ ਨਾ ਕਰਦਿਆਂ ਜ਼ੁਲਮ ਜਾਰੀ ਰੱਖਿਆ, ਪਰ ਸਿੱਖਾਂ ਵੱਲੋਂ ਵੀ ਸੱਤਿਆਗ੍ਰਹਿ ਚਾਲੂ ਰਿਹਾ।
ਅਸ਼ਵਨੀ ਕੁਮਾਰ ਦੀ ਕਮਾਨ ਹੇਠ ਪੁਲਿਸ ਨੇ ਜਦ ਘੋਰ ਬੇਅਦਬੀ ਕੀਤੀ ਤਾਂ ਸਾਰੀ ਸਿੱਖ ਕੌਮ ਦੇ ਹਿਰਦੇ ਦੁਖੀ ਹੋਏ। ਅਖੀਰ ਸਰਕਾਰ ਨੇ ਹਥਿਆਰ ਸੁੱਟ ਦਿੱਤੇ ਅਤੇ ਮੋਰਚਾ ਫਤਿਹ ਹੋ ਗਿਆ। ਇਸ ਦਾ ਸੱਟਾ ਇਹ ਨਿਕਲਿਆ ਕਿ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਸ੍ਰੀ ਦਰਬਾਰ ਸਾਹਿਬ ਆ ਕੇ ਸੰਗਤਾਂ ਤੋਂ ਖੁਦ ਮਾਫੀ ਮੰਗੀ। ਸਨ 1947 ਦੇ ਫਸਾਦਾਂ ਸਮੇਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਰਿਫਿਊਜੀ ਕੈਂਪ ਖੁੱਲ੍ਹਾ, ਜਿੱਥੇ ਬੇਸ਼ੁਮਾਰ ਹਿੰਦੂਆਂ ਅਤੇ ਸਿੱਖ ਸ਼ਰਨਾਰਥੀਆਂ ਪੀੜਤਾਂ ਨੂੰ ਸਹਾਇਤਾ ਦਿੱਤੀ ਗਈ। ਉਹਨਾਂ ਦਿਨਾਂ ਵਿੱਚ ਹੀ ਭਗਤ ਪੂਰਨ ਸਿੰਘ ਜੀ ਨੇ ਦੁਖੀਆਂ ਬਿਮਾਰਾਂ ਤੇ ਲੰਗਿਆਂ ਪਿੰਗਲਿਆਂ ਦੇ ਇਲਾਜ ਤੇ ਸਹਾਇਤਾ ਵਾਸਤੇ ਪਿੰਗਲਵਾੜਾ ਅੰਮ੍ਰਿਤਸਰ ਵਿਖੇ ਜਾਰੀ ਕੀਤਾ। ਸਨ 1953-54 ਵਿੱਚ ਖਾਲਸਾ ਕਾਲਜ ਆਫ ਐਜੂਕੇਸ਼ਨ ਖੋਲ੍ਹਿਆ ਗਿਆ ਅਤੇ ਸਨ 1958 ਵਿੱਚ ਸਿੱਖੀ ਦੇ ਪ੍ਰਚਾਰ ਲਈ ਅਤੇ ਸਿੱਖ ਧਰਮ ਦੇ ਪੁਰਾਤਨ ਚਿੱਤਰਾਂ ਦੀ ਸੰਭਾਲ ਲਈ ਕੇਂਦਰੀ ਸਿੱਖ ਅਜਾਇਬ ਘਰ ਦਰਬਾਰ ਸਾਹਿਬ ਦੀ ਪਰਿਕਰਮਾ ਤੋਂ ਬਾਹਰ ਵਾਲੀ ਮੁੱਖ ਡਿਓੜੀ ਦੇ ਉੱਤੇ ਖੋਲ੍ਹਿਆ ਗਿਆ, ਜਿਸ ਦਾ ਕਿ 1984 ਦੇ ਫੌਜੀ ਐਕਸ਼ਨ ਸਮੇਂ ਬਹੁਤ ਨੁਕਸਾਨ ਵੀ ਹੋਇਆ ਸੀ। ਸਨ 1961 ਵਿੱਚ ਪੰਜਾਬੀ ਸੂਬੇ ਦੀ ਮੰਗ ਨੂੰ ਮੁੱਖ ਰੱਖਦਿਆਂ ਮਾਸਟਰ ਤਾਰਾ ਸਿੰਘ ਜੀ ਨੇ ਮਰਨ ਵਰਤ ਰੱਖਿਆ, ਜੋ 48 ਦਿਨਾਂ ਬਾਅਦ ਖੋਲ੍ਹਿਆ। ਸਨ 1965 ਵਿੱਚ ਸੰਤ ਫਤਿਹ ਸਿੰਘ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਵਾਸਤੇ ਮਰਨ ਵਰਤ ਰੱਖਿਆ, ਜੋ ਹਿੰਦ ਪਾਕ ਜੰਗ ਲੱਗ ਜਾਣ ਕਾਰਨ ਖੋਲ੍ਹਿਆ। ਉਸ ਜੰਗ ਵਿੱਚ ਅੰਮ੍ਰਿਤਸਰ ਦੇ ਸਿੱਖਾਂ ਨੇ, ਖਾਸ ਕਰ ਸਿੰਘਣੀਆਂ ਨੇ, ਫੌਜਾਂ ਦੀ ਚੰਗੀ ਖੁਰਾਕ ਨਾਲ ਖੂਬ ਸੇਵਾ ਕੀਤੀ। ਸਨ 1966 ਵਿੱਚ ਪੰਜਾਬ ਦੇ ਇਲਾਕੇ ਵੱਢ ਕੱਟ ਕੇ ਛੋਟਾ ਜਿਹਾ ਸੂਬਾ ਬਣਾ ਦਿੱਤਾ ਗਿਆ। ਸਨ 1969 ਵਿੱਚ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਉਤਸਵ ਬੜੀ ਵੱਡੀ ਪੱਧਰ ਤੇ ਮਨਾਇਆ ਗਿਆ। ਜਲੂਸ ਕੱਢਿਆ ਗਿਆ, ਦੀਵਾਨ ਸਜੇ, ਪ੍ਰਦਰਸ਼ਨੀ ਲਾਈ ਗਈ ਅਤੇ ਕਵੀ ਦਰਬਾਰ ਤੇ ਸੰਗੀਤ ਦਰਬਾਰ ਹੋਏ। ਸਨ 1969 ਵਿੱਚ ਹੀ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਮੰਗ ਕੀਤੀ ਕਿ ਪੰਜਾਬੀ ਸੂਬੇ ਵਿੱਚ ਪੰਜਾਬੀ ਬੋਲੀ ਦੇ ਆਧਾਰ ਤੇ ਫਾਜ਼ਿਲਕਾ ਅਤੇ ਅਬੋਹਰ ਦੇ ਇਲਾਕੇ ਸ਼ਾਮਲ ਕੀਤੇ ਜਾਣ ਅਤੇ ਚੰਡੀਗੜ੍ਹ ਦਾ ਇਲਾਕਾ ਪੰਜਾਬ ਨੂੰ ਦਿੱਤਾ ਜਾਵੇ। ਉਸ ਦੀ ਮੰਗ ਪ੍ਰਵਾਨ ਨਾ ਹੋ ਸਕੀ। ਅੰਤ ਉਸ ਨੇ ਅਰਦਾਸ ਕਰਕੇ ਮਰਨ ਵਰਤ ਰੱਖ ਦਿੱਤਾ ਅਤੇ 78 ਦਿਨਾਂ ਬਾਅਦ ਚਲਾਣਾ ਕਰ ਗਏ। ਸਨ 1969 ਵਿੱਚ ਹੀ ਅੰਮ੍ਰਿਤਸਰ ਵਿਖੇ ਖਾਲਸਾ ਕਾਲਜ ਦੇ ਨੇੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਹੋਈ। ਸਨ 1971 ਵਿੱਚ ਦੂਸਰੀ ਵਾਰ ਪਾਕਿਸਤਾਨ ਨੇ ਜੰਗ ਛੇੜ ਦਿੱਤੀ। ਉਸ ਸੰਕਟ ਸਮੇਂ ਅੰਮ੍ਰਿਤਸਰ ਜ਼ਿਲ੍ਹੇ ਨੇ ਜੰਗ ਵਿੱਚ ਸਰਕਾਰ ਦੀ ਬੜੀ ਸਹਾਇਤਾ ਕੀਤੀ। ਸਨ 1973 ਵਿੱਚ 50 ਸਾਲਾਂ ਬਾਅਦ ਅੰਮ੍ਰਿਤਸਰ ਸਰੋਵਰ ਦਾ ਕਾਰ ਸੇਵਾ ਹੋਈ। ਦੇਸ਼ ਵਿਦੇਸ਼ ਦੇ ਬੇਸ਼ੁਮਾਰ ਸਿੱਖਾਂ ਨੇ ਕਾਰ ਸੇਵਾ ਵਿੱਚ ਹਿੱਸਾ ਲਿਆ। ਜੇਕਰ ਇਸ ਕਾਰ ਸੇਵਾ ਬਾਰੇ ਵੀ ਤੁਸੀਂ ਇੱਕ ਅਲੱਗ ਤੋਂ ਵੀਡੀਓ ਦੇਖਣਾ ਚਾਹੁੰਦੇ ਆ ਤਾਂ ਕਮੈਂਟ ਕਰਕੇ ਦੱਸਿਓ, ਆਪਾਂ ਕਾਰ ਸੇਵਾ ਦੇ ਉੱਤੇ ਇੱਕ ਅਲੱਗ ਤੋਂ ਪੂਰੀ ਡਿਟੇਲ 'ਚ ਵੀਡੀਓ ਵੀ ਬਣਾ ਦੇਵਾਂਗੇ। ਸਨ 1975 ਵਿੱਚ ਸਰਕਾਰ ਨੇ ਐਮਰਜੈਂਸੀ ਲਾ ਦਿੱਤੀ। ਸਾਰੇ ਅਕਾਲੀ ਨੇਤਾ ਗ੍ਰਿਫਤਾਰ ਹੋ ਗਏ ਅਤੇ 19 ਮਹੀਨਿਆਂ ਬਾਅਦ ਰਿਹਾ ਕੀਤੇ ਗਏ। ਸਨ 1976 ਵਿੱਚ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਦੀ ਨਵੀਂ ਇਮਾਰਤ ਬਣਾਈ ਗਈ। ਮੰਜੀ ਸਾਹਿਬ ਦੀਵਾਨ ਅਸਥਾਨ ਉਸਾਰਿਆ ਗਿਆ। ਸਨ 1977 ਵਿੱਚ ਲੰਗਰ ਹਾਲ ਦੀ ਵਿਸ਼ਾਲ ਇਮਾਰਤ ਦੀ ਉਸਾਰੀ ਹੋਈ, ਜਿਸ ਦੀ ਸੇਵਾ ਸੰਤ ਬਾਬਾ ਖੜਕ ਸਿੰਘ ਜੀ ਕਰਵਾਉਂਦੇ ਰਹੇ। ਉਸੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅੰਮ੍ਰਿਤਸਰ ਦਾ 400 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ, ਜਿਸ ਤੇ 5 ਲੱਖ ਰੁਪਏ ਖਰਚ ਹੋਏ ਤੇ ਉਸੇ ਸਾਲ ਹੀ ਗੁਰਦੁਆਰਾ ਗੁਰੂ ਕੇ ਮਹਿਲ ਦੀ ਨਵੀਂ ਇਮਾਰਤ ਵੀ ਉਸਾਰੀ ਗਈ। ਸਨ 1979 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ 300 ਸਾਲਾ ਜਨਮ ਦਿਨ ਅੰਮ੍ਰਿਤਸਰ ਵਿਖੇ ਬੜੇ ਜ਼ੋਰ-ਸ਼ੋਰ ਨਾਲ ਸ਼੍ਰੋਮਣੀ ਕਮੇਟੀ ਨੇ ਮਨਾਇਆ। ਸਨ 1982 ਵਿੱਚ ਬਾਬਾ ਦੀਪ ਸਿੰਘ ਜੀ ਦਾ 300 ਸਾਲਾ ਜਨਮ ਦਿਨ ਗੁਰਦੁਆਰਾ ਬਾਬਾ ਦੀਪ ਸਿੰਘ ਚਾਟੀਵਿੰਡ ਗੇਟ ਵਿਖੇ ਬੜੀ ਉੱਚੀ ਪੱਧਰ ਤੇ ਮਨਾਇਆ ਗਿਆ। ਸਨ 1982 ਵਿੱਚ ਹੀ ਅਕਾਲੀ ਨੇਤਾਵਾਂ ਨੇ ਆਪਣੀ ਧਾਰਮਿਕ ਤੇ ਪੰਜਾਬੀਆਂ ਦੀ ਸਾਂਝੀਆਂ ਮੰਗਾਂ ਸਰਕਾਰ ਅੱਗੇ ਪੇਸ਼ ਕੀਤੀਆਂ, ਪਰ ਇਸ ਉੱਤੇ ਵੀ ਕੋਈ ਸੁਣਵਾਈ ਨਾ ਹੋਈ। ਅਖੀਰ ਅਕਾਲੀਆਂ ਵੱਲੋਂ ਧਰਮ ਯੁੱਧ ਮੋਰਚਾ ਸ਼ੁਰੂ ਕਰ ਦਿੱਤਾ ਗਿਆ, ਜੋ ਜੂਨ 1984 ਵਿੱਚ ਫੌਜੀ ਐਕਸ਼ਨ ਸਮੇਂ ਬੰਦ ਹੋ ਗਿਆ। ਸੋ ਇਸ ਤਰ੍ਹਾਂ 1984 ਦੇ ਘੱਲੂਘਾਰੇ ਦੀ ਵੀ ਸ਼ੁਰੂਆਤ ਹੋ ਗਈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ, ਸਿੱਖ ਇਤਿਹਾਸ ਅਨੁਸਾਰ 2 ਘੱਲੂਘਾਰੇ ਹੋਏ ਆ। ਪਹਿਲਾ ਘੱਲੂਘਾਰਾ ਜੂਨ 1746 ਵਿੱਚ ਯਹੀਆ ਖਾਨ ਨੇ ਲਖਪਤ ਰਾਏ ਨੇ ਕੀਤਾ ਸੀ। ਉਸ ਵਿੱਚ 10,000 ਦੇ ਕਰੀਬ ਸਿੰਘ ਸ਼ਹੀਦ ਹੋਏ ਸਨ। ਉਸ ਨੂੰ ਛੋਟਾ ਘੱਲੂਘਾਰਾ ਕਹਿੰਦੇ ਆ। ਦੂਜਾ ਵੱਡਾ ਘੱਲੂਘਾਰਾ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ 2 ਫਰਵਰੀ 1762 ਨੂੰ ਹੋਇਆ। ਅਬਦਾਲੀ ਦੀ ਫੌਜ ਨੇ 30,000 ਸਿੰਘ ਸਿੰਘਣੀਆਂ ਨੂੰ ਬੱਚਿਆਂ ਸਮੇਤ ਘੇਰ ਕੇ ਕਤਲ ਕਰ ਦਿੱਤਾ। ਮਗਰੋਂ ਉਸ ਦੀ ਫੌਜ ਨੇ ਅੰਮ੍ਰਿਤਸਰ ਆ ਕੇ ਹਰਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ ਤੇ ਅੰਮ੍ਰਿਤ ਸਰੋਵਰ ਨੂੰ ਮਿੱਟੀ ਅਤੇ ਮਲਬੇ ਨਾਲ ਪੂਰ ਦਿੱਤਾ। ਤੀਜਾ ਘੱਲੂਘਾਰਾ ਜੂਨ 1984 ਦੇ ਪਹਿਲੇ ਹਫ਼ਤੇ ਹੋਇਆ, ਜਿਸ ਨੂੰ ਬਲੂ ਸਟਾਰ ਆਪਰੇਸ਼ਨ ਨੀਲਾ ਤਾਰਾ ਐਕਸ਼ਨ ਵੀ ਕਿਹਾ ਜਾਂਦਾ। ਇਸ ਸਾਕੇ ਦੌਰਾਨ ਤੋਪਾਂ ਤੇ ਟੈਂਕਾਂ ਦੇ ਗੋਲਿਆਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਢੇਰ-ਢੇਰੀ ਕਰ ਦਿੱਤੇ ਗਏ। ਦਸ਼ਨੀ ਡਿਓੜੀ ਵਿੱਚ ਕਈ ਥਾਈਂ ਮਗੋਰੇ ਪੈ ਗਏ। ਸ਼੍ਰੀ ਹਰਮੰਦਰ ਸਾਹਿਬ ਨੂੰ ਕਈ ਥਾਈਂ ਗੋਲੀਆਂ ਲੱਗੀਆਂ। ਹਰਮੰਦਰ ਸਾਹਿਬ ਅੰਦਰ ਪ੍ਰਕਾਸ਼ ਹੋਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਗੋਲੀ ਲੱਗ ਕੇ ਜ਼ਖਮੀ ਹੋਏ। ਅੰਮ੍ਰਿਤਸਰ ਸਰੋਵਰ ਦਾ ਪਵਿੱਤਰ ਜਲ ਲਾਸ਼ਾਂ ਅਤੇ ਗੈਸ ਗੋਲਿਆਂ ਨਾਲ ਅਪਵਿੱਤਰ ਹੋਇਆ। ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦੁਆਰ ਤੋਪਾਂ ਟੈਂਕਾਂ ਨਾਲ ਪੁੱਟਿਆ ਗਿਆ ਅਤੇ ਪਰਿਕਰਮਾ ਵਿਚਲਾ ਸੰਗਮਰਮਰ ਦਾ ਫਰਸ਼ ਕਈ ਥਾਵਾਂ ਤੋਂ ਤਿੜਕ ਗਿਆ।
ਕੇਂਦਰੀ ਸਿੱਖ ਅਜਾਇਬ ਘਰ ਦੇ ਕਈ ਕੀਮਤੀ ਚਿੱਤਰ ਨਸ਼ਟ ਹੋ ਗਏ। ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਾਤਨ ਬੀੜਾ, ਦਸਮ ਗ੍ਰੰਥ ਦੀਆਂ ਹੱਥ ਲਿਖਤ ਬੀੜਾਂ, ਪੁਰਾਣੇ ਰਿਕਾਰਡ, ਹੁਕਮਨਾਮੇ, ਪੱਟੇ ਸਨਦਾਂ, ਪੁਰਾਤਨ ਤਸਵੀਰਾਂ ਅਤੇ ਦੁਰਲੱਭ ਪੁਸਤਕਾਂ ਅਗਨ ਭੇਟ ਹੋ ਗਈਆਂ। ਭਾਵ ਸਿੱਖ ਕੌਮ ਦਾ ਬਹੁਮੁੱਲਾ ਇਤਿਹਾਸ ਸਰਮਾਇਆ ਬਰਬਾਦ ਹੋ ਗਿਆ। ਇਸ ਤੋਂ ਬਿਨਾਂ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਦੇ ਪਾਵਨ ਸ਼ਸਤਰ, ਤੋਸ਼ੇਖਾਨੇ ਦੇ ਕੀਮਤੀ ਚਾਨਣੀ, ਸੋਨੇ ਅਤੇ ਚਾਂਦੀ ਦਾ ਸ਼ਿੰਗਾਰਿਆ ਪਾਲਕੀਆਂ, ਚੌਰ ਅਤੇ ਹਜ਼ਾਰਾਂ ਰੁਮਾਲੇ ਸੜ ਕੇ ਸੁਆਹ ਹੋ ਗਏ। ਤੋਸ਼ੇਖਾਨੇ ਦੇ ਹੀਰੇ ਜਵਾਹਰਾਤ ਵੀ ਸੜ ਗਏ ਜਾਂ ਬਰਬਾਦ ਹੋ ਗਏ। ਤੋਸ਼ੇਖਾਨੇ ਅਤੇ ਜਲੌ ਬਾਰੇ ਆਪਾਂ ਇਸ ਚੈਨਲ ਉੱਪਰ ਇੱਕ ਪੂਰੀ ਡਿਟੇਲ ਵਿੱਚ ਵੀਡੀਓ ਬਣਾਈ ਹੋਈ ਆ, ਉਹ ਵੀ ਤੁਸੀਂ ਜ਼ਰੂਰ ਦੇਖਿਓ। ਉਸ ਵਿੱਚ ਅਸੀਂ ਪੂਰਾ ਡਿਟੇਲ 'ਚ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਕਿਹੜੀਆਂ ਕੀਮਤੀ ਚੀਜ਼ਾਂ ਜੋ ਇਤਿਹਾਸਕ ਆ ਉਹ ਮੌਜੂਦ ਆ। ਸ਼੍ਰੀ ਗੁਰੂ ਰਾਮਦਾਸ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ ਅਤੇ ਸ਼੍ਰੀ ਗੁਰੂ ਨਾਨਕ ਨਿਵਾਸ ਦੀਆਂ ਸ਼ਾਨਦਾਰ ਇਮਾਰਤਾਂ ਦਾ ਵੀ ਬੜਾ ਨੁਕਸਾਨ ਹੋਇਆ। ਸੋ 6 ਜੂਨ 1984 ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹੋਣ ਕਰਕੇ ਬੇਗਿਣਤ ਸ਼ਰਧਾਲੂ ਦਰਸ਼ਨਾਂ ਲਈ ਆਏ ਹੋਏ ਸਨ। ਉਹ ਕਰਫਿਊ ਆਰਡਰ ਕਾਰਨ ਬਾਹਰ ਨਾ ਨਿਕਲ ਸਕੇ। ਇਸ ਤੋਂ ਬਿਨਾਂ ਹਰਮੰਦਰ ਸਾਹਿਬ ਦੇ ਨੇੜੇ ਵਾਲੇ ਘਰਾਂ 'ਚੋਂ ਵੀ ਕਈ ਪਰਿਵਾਰ ਅੰਦਰ ਆ ਗਏ ਸੀ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਗੁਰਦੁਆਰਾ ਸਾਹਿਬ ਦੇ ਗ੍ਰੰਥੀ, ਕੀਰਤਨੀ ਅਤੇ ਸੇਵਾਦਾਰ ਵੀ ਅੰਦਰ ਡਿਊਟੀਆਂ ਤੇ ਸਨ। ਇਸ ਤਰ੍ਹਾਂ ਬਹੁਤ ਸਾਰੇ ਸਿੱਖ ਇਸ ਘੱਲੂਘਾਰੀ ਦੀ ਭੇਟ ਚੜ੍ਹ ਗਏ ਅਤੇ ਸਮੁੱਚੀ ਸਿੱਖ ਕੌਮ ਦੇ ਦਿਲਾਂ ਵਿੱਚ ਰੋਸ ਪੈਦਾ ਹੋ ਗਿਆ। ਇਸ ਚੈਨਲ ਉੱਪਰ ਅਸੀਂ ਆਪਰੇਸ਼ਨ ਬਲੂ ਸਟਾਰ ਦਾ ਪੂਰਾ ਡਿਟੇਲ ਵਿੱਚ ਇਤਿਹਾਸ ਦੱਸਿਆ ਹੋਇਆ। ਆਪਰੇਸ਼ਨ ਬਲੂ ਸਟਾਰ ਬਾਰੇ ਤੁਹਾਨੂੰ ਇੱਕ ਅਲੱਗ ਤੋਂ ਪਲੇਲਿਸਟ ਵੀ ਮਿਲ ਜਾਏਗੀ। ਉਸ ਪਲੇਲਿਸਟ ਵਿੱਚ ਅਸੀਂ 1 ਜੂਨ ਤੋਂ ਲੈ ਕੇ 9 ਜੂਨ ਤੱਕ ਦਾ ਇਤਿਹਾਸ ਪੂਰਾ ਡਿਟੇਲ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਆ, ਉਹ ਵੀ ਤੁਸੀਂ ਜ਼ਰੂਰ ਦੇਖਿਓ। ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਸਾਡਾ ਹੌਸਲਾ ਜ਼ਰੂਰ ਵਧਾਇਆ ਕਰੋ, ਕਿਉਂਕਿ ਇਸ ਨਾਲ ਸਾਨੂੰ ਹੋਰ ਅਜਿਹੀਆਂ ਵੀਡੀਓ ਬਣਾਉਣ ਦੀ ਮੋਟੀਵੇਸ਼ਨ ਮਿਲਦੀ ਆ। ਸੋ ਚਲੋ ਮਿਲਦੇ ਹਾਂ ਕਿਸੇ ਹੋਰ ਇਤਿਹਾਸਕ ਵੀਡੀਓ ਦੇ ਨਾਲ। ਧੰਨਵਾਦ।